ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਮਾਘ ਮੱਝਨ ਸੰਗ ਸਾਧੂਆਂ ਧੂੜੇ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਘ ਮੱਝਨ ਸੰਗ ਸਾਧੂਆਂ ਧੂੜੇ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਏ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ
ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਅੱਜ ਮਾਘ ਮਹੀਨੇ ਦੀ ਪ੍ਰਾਰੰਭਤਾ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ ਆਓ ਹਰ ਮਹੀਨੇ ਦੀ ਤਰ੍ਹਾਂ ਜਿੱਥੇ ਸਤਿਗੁਰ ਦੇ ਚਰਨਾਂ ਵਿੱਚ ਅਸੀਂ ਅਰਦਾਸ ਬੇਨਤੀ ਕਰਨ ਆਉਂਦੇ ਹਾਂ, ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਮਹੀਨੇ ਦੇ ਰਾਹੀਂ ਮਹੀਨੇ ਦੇ ਉਦਾਹਰਣ ਦੇ ਕੇ ਸਾਨੂੰ ਉਪਦੇਸ਼ ਦੇ ਕੇ ਤੋਰਦੇ ਨੇ। ਔਰ ਸਤਿਗੁਰੂ ਜੀ ਕਿਰਪਾ ਕਰਨ ਇਸ 12 ਮਾਹ ਦੇ ਇਸ ਮਹੀਨੇ ਦੇ ਵਿਚਾਰ ਆਰੰਭਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਸਾਰੇ ਹਾਜ਼ਰੀ ਲਵਾਓ। ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਝਨ ਸੰਗ ਸਾਧੂਆਂ ਧੂੜੇ ਕਰ ਇਸ਼ਨਾਨ। ਮਾਘ ਘੱਗੇ ਨੂੰ ਸਿਹਾਰੀ ਹੈ। ਮਾਘ ਦੇ ਮਹੀਨੇ ਰਾਹੀਂ ਜਾਂ ਮਾਘ ਦੇ ਮਹੀਨੇ ਵਿੱਚ ਮਾਘ ਮੱਝਣ ਸੰਗ ਸਾਧੂਆਂ। ਮੱਝਣ ਦਾ ਅਰਥ ਇਸ਼ਨਾਨ ਹੈ। ਔਰ ਇਸੇ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਅੱਗੇ ਫਿਰ ਸ਼ਬਦ ਇਸ਼ਨਾਨ ਵਰਤਿਆ। ਦੇਖੋ ਧਿਆਨ ਦੇਣਾ, ਮਾਘ ਮੱਝਣ ਸੰਗ ਸਾਧੂਆਂ। ਜੇ ਨਹਾਉਣਾ ਹੈ, ਜੇ ਇਸ਼ਨਾਨ ਕਰਨਾ ਹੈ ਤੇ ਜੁੜੇ ਹੋਏ ਸੰਤ ਜਨਾਂ ਦੀ ਸੰਗਤ ਵਿੱਚ ਨਾ, ਉੱਥੇ ਇਸ਼ਨਾਨ ਕਰ। ਤੇ ਕਿਵੇਂ ਕਰਨਾ ਇਸ਼ਨਾਨ? ਧੂੜੀ ਕਰ ਇਸ਼ਨਾਨ। ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰ। ਹੁਣ ਦੇਖੋ ਇੱਥੇ ਦੋ ਬਚਨ ਨੇ, ਇੱਕ ਤੇ ਇਸ਼ਨਾਨ ਕਰ ਕਿੱਥੇ, ਤੇ ਦੂਜਾ ਜਿਹੜਾ ਧੂੜ ਦੇ ਵਿੱਚ ਇਸ਼ਨਾਨ ਕਰਨ ਦਾ ਭਾਵ ਅਰਥ ਇਹ ਨਹੀਂ ਕਿ ਮਿੱਟੀ ਚੁੱਕ ਚੁੱਕ ਕੇ ਆਪਣੇ ਉੱਤੇ ਪਾਈ ਜਾਵੇ। ਚਰਨਾਂ ਦੀ ਧੂੜ ਦਾ ਭਾਵ ਹੀ ਨਿਮਰਤਾ ਹੈ। ਔਰ ਸਾਧੂ ਦੀ ਸੰਗਤ ਕਰਨੀ ਇਸੇ ਕਰਕੇ ਕਿ ਉਹ ਨਿਮਰਤਾ ਅੰਦਰ ਆ ਜਾਏ। ਹੁਣ ਦੇਖੋ ਇਸ ਬਚਨ 'ਤੇ ਆਪਾਂ ਥੋੜ੍ਹਾ ਜਿਹਾ ਰੁਕਣਾ ਹੈ। ਇੱਕ ਮੱਝਣ ਤੇ ਇੱਕ ਇਸ਼ਨਾਨ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਹ ਮਾਘ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਮੱਕਰ ਸੰਕ੍ਰਾਂਤੀ ਨੂੰ ਕਿਹਾ ਜਾਂਦਾ ਹੈ। ਅਸਲ ਵਿੱਚ ਸੰਗਰਾਂਦ ਸ਼ਬਦ ਬਣੇ ਸੰਕ੍ਰਾਂਤੀ ਤੋਂ ਹੈ, ਕਿਉਂਕਿ ਸੂਰਜ ਦੀਆਂ 12 ਰਾਸਾਂ ਮੰਨੀਆਂ ਗਈਆਂ ਨਾ। ਤੇ ਜਦੋਂ ਸੂਰਜ ਰਾਸ ਬਦਲਦਾ ਹੈ, ਉਸ ਰਾਜ ਬਦਲ ਨੂੰ ਸੰਕ੍ਰਾਂਤੀ ਕਿਹਾ ਜਾਂਦਾ। ਸੰਗ ਦਾ ਅਰਥ ਸੂਰਜ ਤੇ ਕ੍ਰਾਂਤੀ ਦਾ ਅਰਥ ਰਾਸ, ਜਿਹੜੀ ਤਬਦੀਲੀ। ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਜਾਂਦਾ ਹੈ, ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਭਈ ਦੇਖ, ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਨਾ। ਭਾਈ ਸਿੱਖਾਂ ਜਿਹੜੇ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਸੰਤ ਜਨਾਂ ਦੀ ਸੰਗਤ ਕਰਨ ਵਾਲੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਵੀ ਤਬਦੀਲੀ ਆਉਂਦੀ ਹੈ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ ਇਸੇ ਕਰਕੇ ਕੀਤੀ ਕਿਉਂਕਿ ਇਸ ਹਿੰਦੁਸਤਾਨ ਦੀ ਧਰਤੀ 'ਤੇ ਇਸ ਮਾਘ ਦੀ ਸੰਗਰਾਂਦ ਨੂੰ ਇੱਕ ਬੜਾ ਹੀ ਪਵਿੱਤਰ ਦਿਨ ਮੰਨਿਆ ਗਿਆ। ਤ੍ਰਿਵੇਣੀ 'ਤੇ ਬੜਾ ਵੱਡਾ ਮੇਲਾ ਲੱਗਦਾ ਪ੍ਰਯਾਗਰਾਜ। ਲੋਕ ਜਾ ਕੇ ਉੱਥੇ ਨਹਾਉਂਦੇ ਨੇ, ਬੜਾ ਕੁਛ ਦਾਨ ਕਰਦੇ ਨੇ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਨੂੰ ਉਹਨਾਂ ਕਰਮ ਕਾਂਡਾਂ ਤੋਂ ਬਾਹਰ ਕੱਢਦੇ ਨੇ। ਦੇਖੋ ਗੁਰੂ ਸਾਹਿਬ ਜੀ ਨੇ ਸਿਰਫ ਖੰਡਨ ਹੀ ਨਹੀਂ ਕੀਤਾ, ਖੰਡਨ ਕਰਕੇ ਉਹਨਾਂ ਦਾ ਮੰਡਨ ਵੀ ਕੀਤਾ। ਜੇ ਤੂੰ ਕਰਨਾ ਤੇ ਫਿਰ ਇਸ ਢੰਗ ਨਾਲ ਕਰ। ਕਿ ਲੋਕਾਂ ਨੇ ਗੰਗਾ ਨੂੰ ਮੰਨ ਲਿਆ ਕਿ ਗੰਗਾ, ਦੇਖੋ ਗੰਗਾ ਦੇ 3 ਨਾਮ ਆਮ ਤੌਰ 'ਤੇ ਮੰਨੇ ਜਾਂਦੇ ਨੇ, ਇਹ ਉਹਨਾਂ ਦੀ ਮਨੌਤ ਹੈ।
कि स्वर्गां दे विच इहनूं गंगा नूं जिहड़ा कुछ होर कहा जाता है, भोगापुरी कहा जाता पताल दे विच, ते इस संसार ते वगण वाली गंगा, इहदा नाम गंगा। हुण प्रयागराज दे विच वड्डा मेला लगदा जिथे गंगा जमुना ये दो नदियां मिलदियां ने, और उन्हां दी मनौत सरस्वती जिहड़ी है ये गुप्त रूप विच मिलदी है। इत्थे इशनान करिए, और गुरु कलगीधर पातशाह जी ने अपने स्वै जीवनी दे विच बचन भी कीते ने। सतगुरु दा प्रकाश दिहाड़ा भी 17 तरीक नूं आपां मनाउणा है। उत्थे सतगुरु जी बख्शिश करदे ने कि जब हे जात त्रिबेणी पए, साडे माता पिता जदों त्रिबेणी वाली प्रयागराज के थां ते पहुँचे, जब हे जात त्रिबेणी पए, पुण्य दान दिन करत बतए, तही प्रकाश हमारा भयो। प्रकाश दिहाड़ा भावें आपां पटना साहिब वाला मनाउने, पर गुरु साहिब जी कहते प्रकाश तो उत्थे हो गया सी, और गुरमत ने इनू ही जन्म मन्निया है। जदों माता के उदर मह आए किया निवास ही जन्म है, और इसे नूं सतगुरु जी कहते हैं फिर ये जन्म ते दूजी मौत ये किसी के हत्थ विच नहीं, क्योंकि जिन्हों जन्म असीं मनने वो तो किते ना किते डॉक्टर के हत्थ विच भी हुंदा है ना जी। वो चाहे ऑपरेशन करके 2-4 दिन पहलों भी कर सकता है, जिन्होंने लगे किसी तरह की कोई तकलीफ है वो पहलों भी कर सकता है, पर जिहड़ा जन्म असल विच ये है ये परमेश्वर के हत्थ च है। उस थां नूं कहण तो भाव मन्निया गया कि ये बड़ा पवित्र थां है। इस थां ते इशनान करके अज दे दिन दान करिए, बड़ा महत्व मिलता है। और धन गुरु अर्जन देव महाराज जी ने उस कर्मकांड का ते खंडन किया है, ते कला खंडन नहीं किया, नाल समझाया भी जे इशनान करना फिर टांगे है। हुण सतगुरु जी ने क्योंकि जिथे शब्द की विचारधारा दी, जिथे जाके अपनी शब्द रखा, जिथे अपने विचार रखी, भाई साहब भाई गुरदास जी कहते ने शब्द के राही तो गुरु नानक साहिब जी ने सारे संसार नूं जिथे जित्या, उत्थे संसार ते राज करने वाले जिहड़े वड्डे वड्डे सिद्ध सन उन्हां नूं भी जाके जित लिया। शब्द जिते सित मंडली कि तो सो अपना पंथ निराला। और धन भाई साहब भाई गुरदास जी कहते हैं गुरु नानक साहिब जी धन ने मारिया सिक्का जगत विच, नानक निर्मल पंथ चलाया, तो निर्मल पंथ है इसे करके सी ना भी सिक्खा तू किसी कर्मकांड विच नहीं पैना, किसी भरम दे विच नहीं पैना। और देखो जी बेनती कर लग्या, कईयां नूं लगेगा कि पता नहीं शायद की है, माघ दे महीने नूं वो तो पवित्र मनते ने, मन्नी जाण। ਜਿਹੜੇ 12 ਮਾਹ ਦੇ ਵਿਚਾਰ ਕਰਨੇ, ਇਸੇ 12 ਮਾਹ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਈ ਸੰਗਰਾਂਦ ਸਿੱਖ ਦੇ ਲਈ ਕੋਈ ਵਿਸ਼ੇਸ਼ ਦਿਨ ਨਹੀਂ, ਕੋਈ ਇਹਦਾ ਬਹੁਤਾ ਮਹੱਤਵ ਨਹੀਂ। ਇਹ ਤਾਂ ਸੂਰਜ ਦੀ ਇੱਕ ਬਦਲੀ ਹੈ, ਇੱਕ ਮਹੀਨੇ ਦੀ ਸ਼ੁਰੂਆਤ ਹੋਈ। ਬਸ ਜੇ ਲਾਭ ਹੈ ਤੇ ਇਹੀ ਹੈ ਕਿ ਇਸ ਦਿਨ ਆ ਕੇ ਜੇ ਕੁਛ ਤੂੰ ਸੁਣ ਲਿਆ ਔਰ ਸੁਣਨ ਤੋਂ ਬਾਅਦ ਉਹਨੂੰ ਕਮਾ ਲਿਆ, ਫਿਰ ਤੇ ਲਾਭ ਹੈ। नहीं तो इसे 12 माह के अखीर में गुरु साहब जी ने कहना है महादिवस मूर्त भले। इत्थे शब्द मूर्त, मूर्त नहीं बोलना, मूर्त जिहड़ा ब्राह्मण मूर्त कटदा है, ये कढाउण ते असीं भी लग गए ना जी। पर गुरु साहब जी कहते हैं हर एक दिन, हर एक महीना, हर एक मुहूर्त भला ही है। महादिवस मूर्त भले ते किन्हां लई जिन को नदर करे, नानक मंगै दरसदान किरपा करो हरे। बस जदों तेरे अंदर प्यास लग गई, समझ ली तेरा वो दिन, वो मूर्त, वो पल सब तो सफल है। और सतगुरु जी ने इन्हां कर्म कांडां दे विचों कड्ढण वास्ते 12 माह दे राही समझाया। और इस 12 माह दे विचों माघ दा महीना लैके जिथे लोग ते कर्म कांडां च फसे। और बेनती करां कि जिन्हां ने खंडे बाटे की पौड़ लई है, अमृत छकिया, किरपाना भी पाईयां ने। और इत्थों तक कह दईए कि जिहड़े गुरु घरां दे विच सेवा करन वाले ने, चाहे कथावाचक ने, रागी सिंह ने, ग्रंथी सिंह ने, पाठी सिंह ने,
ਉਹਨਾਂ ਦੇ ਘਰਾਂ ਵਿੱਚ ਵੀ ਆਮ ਤੌਰ 'ਤੇ ਬੀਬੀਆਂ ਵੇਖੀਆਂ ਜਾਂਦੀਆਂ ਨੇ ਕਿ ਜੀ ਅੱਜ ਮਾਘ ਦਾ ਮਹੀਨਾ ਸ਼ੁਰੂ ਹੋਇਆ, ਅੱਜ ਅਸੀਂ ਥੋੜ੍ਹਾ ਜਿਹਾ ਛੇਤੀ ਉੱਠਣਾ, ਕਿਉਂ? ਇਸ਼ਨਾਨ ਕਰਨਾ। ਕਹਿੰਦੇ ਲਈ ਕਹਿੰਦੇ ਪੂਰਾ ਮਹੀਨਾ ਇਸ਼ਨਾਨ ਕਰਨਾ ਹੈ ਕਿ ਮਾਘ ਦੇ ਮਹੀਨੇ ਇਸ਼ਨਾਨ ਕਰਨਾ, ਬਾਕੀ 11 ਮਹੀਨੇ ਸਰ ਜਾਏਗਾ। ਗੁਰੂ ਸਾਹਿਬ ਨੇ ਇਸ ਕਰਮ ਕਾਂਡ ਦੇ ਵਿੱਚੋਂ, ਇਸ ਭਰਮ ਦੇ ਵਿੱਚੋਂ ਤਾਂ ਸਾਨੂੰ ਬਾਹਰ ਕੱਢਿਆ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਡੇ ਲਈ ਹੁਕਮ ਪਿਆ ਸੀ ਤੇ ਰੋਜ਼ ਹੀ ਇਸ਼ਨਾਨ ਕਰਨਾ ਹੈ। ਤੇ ਜੇ ਸਿੱਖ ਨੇ ਰੋਜ਼ ਇਸ਼ਨਾਨ ਕਰਨਾ, ਸਿੱਖ ਲਈ ਤਾਂ ਰੋਜ਼ ਹੀ ਮਾਘ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਬਚਨ ਆਪਾਂ ਸਾਂਝੇ ਕਰ ਰਹੇ, ਉਹਨਾਂ ਦੇ ਚਰਨਾਂ ਵਿੱਚ ਹੀ ਇੱਕ ਪੰਡਤ ਆਇਆ ਸੀ ਕਿ ਜਿਹਨੂੰ ਆਪਣੀ ਵਿੱਦਿਆ ਦਾ, ਕਥਾ ਦਾ ਬੜਾ ਹੀ ਮਾਣ ਸੀ, ਮੈਂ ਕਥਾ ਕਰਨੀ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਜੀ ਸਦਕੇ ਕਰ ਸੁਣਾ। ਕਥਾ ਕਰ ਲੱਗਿਆ, ਕਈ ਦਿਨ ਕਰਦਾ ਗਿਆ। ਗੁਰੂ ਸਾਹਿਬ ਜੀ ਕਹਿੰਦੇ ਫਿਰ ਪੂਰੀ ਕਰ। ਕਹਿੰਦਾ ਜੀ ਜਿੰਨੇ ਕੋ ਗ੍ਰੰਥ ਲਿਆਇਆ ਸੋ ਤੇ ਕਰ ਦਿੱਤੇ, ਫਿਰ ਗ੍ਰੰਥ ਹੋਰ ਲਿਆਉਣੇ ਪੈਣੇ ਨੇ, ਕਿਉਂਕਿ ਸਾਡੇ ਤਰ੍ਹਾਂ ਵੇਖ ਵੇਖ ਕੇ ਕਰਨੀ ਸੀ ਨਾ ਕਥਾ ਦੇ। ਸਤਿਗੁਰੂ ਕਹਿੰਦੇ ਕੋਈ ਪਿੱਛੇ ਰਹਿ ਨਾ ਜਾਵੇ, ਫਿਰ ਜਿਹੜੇ ਰਹਿੰਦੇ ਨੇ ਮੰਗਾ ਲੈ। ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਕਿੱਥੇ ਨੇ ਗ੍ਰੰਥ? ਕਹਿੰਦੇ ਸਾਡਾ ਵਿਦਿਆ ਪੱਥ ਕਿਹਾ ਜਾਂਦਾ ਕਾਂਸੀ, ਉੱਥੋਂ ਹੀ ਵਿਦਿਆ ਸਿੱਖੀ, ਮੇਰੇ ਘਰ ਵੀ ਉੱਥੇ ਤੇ ਗ੍ਰੰਥ ਵੀ ਉੱਥੇ ਪਏ ਨੇ। ਨਾਲ ਇਹਦਾ ਪੁੱਤਰ ਆਇਆ ਸੀ। ਗੁਰੂ ਸਾਹਿਬ ਜੀ ਨੇ ਰਾਹਦਾਰੀ ਵਾਸਤੇ ਖਰਚਾ ਦਿੱਤਾ ਕਿ ਜਾ ਵੀ ਜਿੰਨਾ ਸਮਾਂ ਲੱਗੇਗਾ ਇਹਨੂੰ ਭੇਜ ਦੇ, ਤੂੰ ਇੱਥੇ ਰਹਿ, ਆਪਣੇ ਗ੍ਰੰਥ ਮੰਗਾ। ਹੁਣ ਉਹ ਬ੍ਰਾਹਮਣ ਸੀ, ਪੰਡਤ ਸੀ। ਜਿੱਦਣ ਤੁਰਨਾ ਉਹਨੇ ਸਵੇਰੇ ਅੰਮ੍ਰਿਤ ਵੇਲੇ ਉੱਠਿਆ, ਜੋ ਨਹਾ ਧੋ ਕੇ ਲੱਗਿਆ, 12 ਤਿਲਕ ਲਾਏ, ਧੋਤੀ ਵਿਛਾਈ। ਉਹ ਮੂਰਤ ਜਿਹੜਾ ਸੀ, ਜਿਹਨੂੰ ਮੂਰਤ ਕਹਿੰਦੇ ਨੇ, ਮੂਰਤ ਕੱਢਿਆ ਕਿ ਪੁੱਤਰ ਨੂੰ ਤੋਰਨਾ, ਇੰਨੇ ਵਜੇ ਤੋਰਾਂਗੇ ਤੇ ਸ਼ੁਭ ਮੂਰਤ ਹੈ। ਜੋ ਮੰਤਰ ਪੜ੍ਹੇ, ਉਹਨੇ ਪੂਜਾ ਪਾਠ ਕੀਤੀ, 2.5 ਘੰਟੇ ਲਾਏ ਜੀ। ਪੈਸੇ ਦੇ ਕੇ ਜਦੋਂ ਤੋਰਨ ਲੱਗਿਆ, ਹਜੇ ਥੋੜ੍ਹੀ ਦੂਰ ਗਿਆ, ਅੰਮ੍ਰਿਤਸਰ ਤੋਂ ਬਾਹਰ ਨਹੀਂ ਸੀ ਨਿਕਲਿਆ। ਸਵੇਰ ਦਾ ਸਮਾਂ ਸੀ, ਘੁਮਿਆਰ ਖੋਤੇ ਨੂੰ ਲੈ ਕੇ ਜਾਏ ਪੱਠੇ 'ਤੇ। ਹੁਣ ਜਿਹੜਾ ਖੋਤਾ ਹੈ, ਖੋਤੇ ਦਾ ਸੁਭਾਅ ਉਹਨੇ ਹਿਣਕਣਾ। ਖੋਤਾ ਬੋਲ ਪਿਆ, ਹਿਣਕ ਪਿਆ। ਇਹਨੇ ਆਪਣੇ ਮੁੰਡੇ ਨੂੰ ਵਾਪਸ ਬੁਲਾ ਲਿਆ ਕਿ ਇਹ ਅਪਸ਼ਗਨ ਹੋ ਗਿਆ, ਤੇ ਮੂਰਤ ਤਾਂ ਸ਼ੁਭ ਸੀ ਪਰ ਅਪਸ਼ਗਨ ਹੋ ਗਿਆ, ਵਾਪਸ ਆ ਜਾ। ਔਰ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਕਿ ਇਹਨੂੰ ਭੇਜਿਆ ਨਹੀਂ ਹਜੇ? ਕਹਿੰਦਾ ਜੀ ਭੇਜਿਆ ਤਾਂ ਹੈ ਸੀ, ਰਾਹ ਦੇ ਵਿੱਚ ਖੋਤਾ ਮਿਲ ਗਿਆ। ਹੁਣ ਗੁਰੂ ਸਾਹਿਬ ਜੀ ਨੇ ਇਸ 12 ਮਾਹ ਦੇ ਵਿੱਚ ਸਾਨੂੰ ਸਮਝਾਇਆ ਤੇ ਹੀ ਨਾ, ਇਕੱਲੇ ਪੰਡਤ ਨੂੰ ਥੋੜ੍ਹੀ ਸਮਝਾਇਆ ਸੀ ਵੀ ਜਿਹਨੇ ਧੋਤੀ ਬੰਨੀ ਹੈ, ਜਿਹਨੇ ਤਿਲਕ ਲਾਏ ਨੇ, ਇਕੱਲਾ ਉਹਨੂੰ ਸਮਝਾਇਆ ਸੀ ਭਈ ਗੁਰੂ ਕੋ ਸਿੱਖਾ, ਤੂੰ ਕੇਵਲ ਬਾਣਾ ਪਾ ਕੇ, ਪਹਿਰਾਵਾ ਪਾ ਕੇ ਸਿੱਖ ਨਹੀਂ ਬਣਨਾ। ਗੁਰੂ ਦੀ ਸਿੱਖਿਆ ਨੂੰ ਲੈ ਕੇ, ਬਚਨਾਂ ਨੂੰ ਕਮਾ ਕੇ ਰਹਿਤ ਰੱਖੇਗਾ ਤਾਂ ਸਿੱਖ ਹੈ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਪਾਵਨ ਬਚਨ ਕਹੇ ਨੇ ਕਿ ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਾਹੀਂ। ਇਵੇਂ ਦੇ ਸਿੱਖ ਦੀ ਲੋੜ ਵੀ ਨਹੀਂ ਜਿਹੜਾ ਕੇਵਲ ਪਹਿਰਾਵਾ ਹੀ ਹੋਵੇ। ਸਤਿਗੁਰੂ ਕਹਿੰਦੇ ਪੰਡਤ ਜੀ ਨੂੰ ਭੇਜਿਆ ਨਹੀਂ। ਕਹਿੰਦੇ ਸਤਿਗੁਰੂ ਜੀ ਤਿਆਰ ਤੇ ਕਰ ਦਿੱਤਾ ਸੀ, ਮੂਰਤ ਵੀ ਕੱਢ ਲਿਆ ਸੀ, ਪਰ ਅੱਗੇ ਖੋਤਾ ਬੋਲ ਗਿਆ। ਹੁਣ ਗੁਰੂ ਸਾਹਿਬ ਜੀ ਉੱਥੇ ਹੱਸ ਪਏ ਤੇ ਨਾਲੇ ਇਹਨੂੰ ਸਵਾਲ ਪੁੱਛ ਲਿਆ। ਕਹਿੰਦੇ ਦੱਸ ਕਿ ਤੇਰਾ ਖੋਤਾ ਵੱਡਾ ਕਿ ਤੇਰਾ ਸ਼ਿਵ ਜੀ ਵੱਡਾ? ਔਰ ਦੇਖੋ ਕਿਵੇਂ ਕਰਨਾ, ਇਹ ਤਰਕ ਨਹੀਂ। ਔਰ ਜਿਹੜੇ ਇਹ ਵਹਿਮ ਭਰਮ ਕਰਦੇ ਨੇ, ਉਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਨਾ ਜੀ ਕਿ ਗੁਰੂ ਵੱਡਾ ਕਿ ਬਿੱਲੀ ਵੱਡੀ ਹੈ। ਕਿਰਪਾਨਾਂ ਵਾਲੇ ਵੀ ਤਾਂ ਮੁੜ ਆਉਂਦੇ ਨੇ ਨਾ, ਅੱਗੇ ਬਿੱਲੀ ਰਾਹ ਕੱਟ ਕੇ ਕਹਿੰਦੇ ਥੋੜ੍ਹੀ ਦੇਰ ਬਾਅਦ ਜਾਵਾਂਗੇ। ਦਰਵਾਜ਼ੇ ਵਿੱਚੋਂ ਮੁੜ ਆਉਂਦੇ ਨੇ ਕਿ ਪਿੱਛੋਂ ਕਿਸੇ ਨੇ ਛਿੱਕ ਮਾਰ ਦਿੱਤੀ ਹੈ ਵੀ ਤੇਰਾ ਗੁਰੂ ਵੱਡਾ ਕਿ ਤੇਰੀ ਇਹ ਸਿੱਖ ਵੱਡੀ ਜਾਂ ਬਿੱਲੀ ਵੱਡੀ। ਸਤਿਗੁਰੂ ਕਹਿੰਦੇ ਨੇ ਪੰਡਤ ਜੀ ਸਮਝਾ ਕੇ ਤੇਰਾ ਸ਼ਿਵ ਜੀ ਵੱਡਾ ਕਿ ਖੋਤਾ ਵੱਡਾ। ਇਹ ਜਿਹੜੇ 2.5 ਘੰਟੇ ਤੂੰ ਲਾਏ, ਤੇਰੇ ਤਿਲਕ ਵੱਡੇ ਨੇ ਜਾਂ ਇਹ ਗਧਾ ਵੱਡਾ ਹੋ ਗਿਆ? ਕਿ ਜੋ ਕੁਛ ਤੂੰ ਕੀਤਾ, ਹੁਣ ਇਹਦਾ ਭਾਵ ਅਰਥ ਇਹ ਹੈ ਕਿ ਤੂੰ ਜੋ ਕੁਛ ਕੀਤਾ ਜਾਂ ਜਿੰਨੀ ਮੰਨਤ ਮੰਨੀ, ਜਿੰਦੀ ਪੂਜਾ ਕੀਤੀ, ਤੈਨੂੰ ਉਹਦੇ ਤੋਂ ਭਰੋਸਾ ਹੀ ਕੋਈ ਨਹੀਂ। ਜੇ ਤੂੰ ਗਧੇ ਤੋਂ ਡਰ ਗਿਆ ਕਿ ਇਹਨੇ ਰਾਹ ਕੱਢ ਦਿੱਤਾ, ਬੋਲ ਪਿਆ। ਔਰ ਗੁਰੂ ਸਾਹਿਬ ਜੀ ਇਸ 12 ਮਾਹ ਦੇ ਰਾਹੀਂ, ਇਸ ਮਹੀਨੇ ਦੇ ਰਾਹੀਂ ਸਾਨੂੰ ਬਿਲਕੁਲ ਇਸੇ ਤਰ੍ਹਾਂ ਦੇ ਵਹਿਮ ਤੇ ਭਰਮ ਤੋਂ ਕੱਢਦੇ ਨੇ। ਭਾਈ 12 ਮਾਹ ਇਸ਼ਨਾਨ ਤੇ ਤੂੰ ਰੋਜ਼ ਹੀ ਕਰਨਾ, ਇਕੱਲਾ ਮਾਘੀ ਦੇ ਮਹੀਨੇ ਵਿੱਚ ਨਹੀਂ। ਉਰੇ ਜਿਹੜਾ ਮਾਘ ਦਾ ਮਹੀਨਾ ਅੱਜ ਸ਼ੁਰੂ ਹੋਇਆ ਹੈ,
इस माघ दे नाल दो इतिहासिक घटनावां भी जुड़ियां हुई ने। एक तो 40 मुक्ते 40 शहीद जिन्होंने शब्द वरत लिए। अज दे दिन वो मुक्तसर का मेला जोड़ मेला, तो अज दे दिन एक इतिहास होर है जिहड़ा हरमंदर साहिब तो अज दे दिन कीर्तन हुंदा है। तो कीर्तन दे विच 22 वारां ने, 22 वारां दे विच एक वार दा कीर्तन हुंदा है। अज दे दिन शुरू हुंदा है, ये तकरीबन माघ का महीना चलदा और विशेष तौर पर चलदा है ये होले महल्ले तक। वो वार है बसंत की वार। अज सतगुरु धन गुरु अर्जन देव महाराज कहते ने माघ मज्जन संग साधुआं धूड़े कर इशनान हर का नाम ध्याए सुन सबना नूं करदान। ते बसंत दी वार शुरू हुंदी इत्थों ही। हरि दा नाम ध्याओ फिर उन्होंने सुन, ते जे ध्या के सुन के तेरे पल्ले कोई किणका पै जावे फिर उस नाम का दान अगे करना है, ना कि इस मावां की दाल दा जां रले हुए चौल जिहड़ी खिचड़ी बनती। इस चौलों का दाल नहीं, इस माँ की दाल का दान नहीं। गुरु साहब जी कहते हैं नाम का जे तेरे पल्ले कुछ पै गया अगे सबना नूं कर दान, ये दान अगे भी वंड। और गुरु साहब जी ने इस महीने के राही सानू इन्हां वहमां ते भरमां दे विचों कढिया। हुण देखो ਜਿਹੜੇ ਨਹਾਉਣ ਨੂੰ ਲੋਕ ਕਹਿੰਦੇ ਨੇ कि अज का दिन इन्ना पवित्र तू शायद मुक्ति हो जाएगा। गुरु साहब धन गुरु नानक देव महाराज जी ने देखो पहली बाणी है जिंदे च उन्होंने वचन कहे कि सोचै सोच ना होवई जे सोची लख वार। और देखो कई इनके अर्थ सोचण नाल भी करते हैं कि जिहड़ा सोचना विचारना, पर यह सोच के अर्थ देखो हिंदी के शब्द ने आम तौर पर। स्कूल नूं विद्यालय कहते हैं, जिथे विद्या होवे ते आलिया का अर्थ हुंदा घर। एक शब्द वरत्या जाता शौचालय। सोच वो जिथे इशनान वगैरह किया जाता है, आलिया का अर्थ घर, इशनान घर शब्द लिखा जाता है। ये सोच वो है इशनान कि पानी के नाल नहा के इशनान करके कोई सुच्चा नहीं हुंदा, भावें लखा वारी नहाई जे पिंडा ही धोना है ना, मिट्टी कट्टा मैल तो उतर जाएगी, पर इहदे नाल अंदर दी सुचमता तेरे कोल आउणी नहीं। सोचै सोच ना होवई जे सोची लख वार। और गुरु साहब जी ने कृपा की किवें फिर जिथे पावन बचन भी वरते इवें दे लोग कहते सोच करै दिन सियार रात। इवें दे लोग भावें दिने रात हर वेले इशनान करते रहना। सोच करै दिन सियार रात मन की मैल न तन ते जात। भी तुसीं तो माघे दे महीने इशनान कर लिया शुरू, पिछले महीना पूरा इशनान करना बाकी वेखी जाएगी। और गुरु साहब जी कहते हैं फिर भावें दिन रात करी जा सच्चे है। जे किसी वहम के भरम दे विच आके करेंगा तो मन की मैल अंदरों जानी कोई नहीं। और इस इशनान नूं गुरु साहब ने पावन बचन कहे ने। बाबा कबीर जी कहते हैं जिथे धन गुरु नानक देव महाराज जी कहते हैं इवें दी कोई मर्यादा कोई रीत जिहड़ी सानूं वहमां दे विच फसावे ते साईं दे नाल तोड़े, उस मर्यादा नूं तो मैं अग ला के साड़ ना दियां। आम तौर पर शब्द वरते जाते हैं साडी रीत है जी। विआह शादियां दे विच इवें दी रीतां बड़ियां वरतियां जांदियां ने जिहड़ियां ब्राह्मण दियां बनाईयां होईयां और निरे कर्मकांड भरमां च पाउण वालियां। सतगुरु कहंदे ने जालो ऐसी रीत जित मैं प्यारा विसरै। भाई इवें दी मर्यादा नूं इवें दी रीत नूं मैं अग ला के साड़ दियां कि जिंदे विच पै के मैनूं रब मेरा साईं मेरा परमेश्वर भुल जाए। जालो ऐसी रीत जित मैं प्यारा विसरै। फिर किहड़ी रीत भली है जी। सतगुरु कहते हैं नानक साई भली प्रीत जित साहिब सेती पत रहे। साडे लई उही प्रीत उही प्यार भला है जिंदे नाल साहिब दे दर ते साडी इज्जत बच जाए।
ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਕੇਵਲ ਇਹਨਾਂ ਤੀਰਥਾਂ 'ਤੇ ਜਾ ਕੇ ਟੁੱਬੀਆਂ ਲਾਉਣ ਤੋਂ ਸਾਨੂੰ ਰੋਕਿਆ ਨਹੀਂ। ਕਹਿੰਦੇ ਨੇ ਜੇ ਤੀਰਥਾਂ 'ਤੇ ਜਾਣਾ ਤਾਂ ਬੇਸ਼ੱਕ ਜਾਓ। ਇਹਨਾਂ ਤੀਰਥਾਂ 'ਤੇ ਜਾ ਕੇ ਜਿਹੜੇ ਲੋਕ ਮੰਨਦੇ ਨੇ ਕਿ ਬੜਾ ਕੁਝ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਲਾਂ ਸਾਲ ਤੀਰਥਾਂ 'ਤੇ ਜਾ ਕੇ ਤਪ ਸਾਧ ਕੇ ਦਾਨ ਕਰਕੇ ਜੇ ਤੈਨੂੰ ਕੁਝ ਮਿਲਿਆ ਵੀ ਤਾਂ ਹੋ ਸਕਦਾ ਤਿਲ ਕੁਝ ਨਾ ਮਿਲ ਜੇ, ਥੋੜ੍ਹਾ ਜਿਹਾ। ਸਤਿਗੁਰੂ ਜੀ ਨੇ ਬਚਨ ਕਹੇ ਨਾ, ਤੀਰਥ ਤਪ ਦਇਆ ਦਤ ਦਾਨ ਇਹ ਸਾਰੇ ਧਰਮ ਦੇ ਕਰਮ ਨੇ। ਤੀਰਥ ਤਪ ਦਇਆ ਦਤ ਦਾਨ, ਤੇ ਨਾਲ ਕਹਿ ਦਿੱਤਾ ਜੇ ਕੋ ਪਾਵੈ ਤਿਲ ਕਾ ਮਾਨ। ਥੋੜ੍ਹਾ ਜਿਹਾ ਮਾਣ ਕਿਤੇ ਮਿਲ ਵੀ ਜਾਏ, ਹੋ ਸਕਦਾ ਮਿਲ ਜੇ। ਪਰ ਦੂਜੇ ਪਾਸੇ ਕਹਿੰਦੇ ਨੇ ਜਿਨ੍ਹਾਂ ਨੇ ਇਹ ਵਹਿਮ ਭਰਮ ਨੂੰ ਛੱਡ ਕੇ ਰੱਬ ਨੂੰ ਚੇਤੇ ਕੀਤਾ ਹੈ ਨਾ, ਜਿਨ੍ਹਾਂ ਨੇ ਨਾਮ ਸਿਮਰਿਆ, ਉਹਨਾਂ ਦਾ ਇੱਕ ਤਿਲ ਸਿਮਰਿਆ ਹੋਇਆ ਵੀ ਵਿਅਰਥ ਕਦੇ ਨਹੀਂ ਜਾਂਦਾ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਸਿਮਰਨ ਕੀਤਾ ਹੋਇਆ ਇੱਕ ਤਿਲ ਬਿਰਥਾ ਨਹੀਂ ਜਾਂਦਾ, ਤੇ ਵਾਧੂ ਦੇ ਕਰਮਕਾਂਡ ਕੀਤੇ ਹੋਏ ਉਹਨਾਂ ਜਿਹਨੂੰ ਤਿਲ ਜਿੰਨਾ ਮਿਲਦਾ ਵੀ ਨਹੀਂ ਉਹਨਾਂ ਵਿੱਚੋਂ। ਹੁਣ ਸਤਿਗੁਰੂ ਜੀ ਨੇ ਇੱਥੇ ਸਮਝਾਇਆ ਪਈ ਇਹ ਜੇ ਇਸ਼ਨਾਨ ਕਰਨਾ ਹੈ ਸੰਤ ਜਨਾਂ ਦੇ ਸੰਗਤ ਕਰਕੇ ਇਹਦੇ ਵਿੱਚ ਕਰ। ਇਹ ਇਸ਼ਨਾਨ ਹੈ ਕਿ ਉਹਨਾਂ ਦੇ ਚਰਨਾਂ ਦੀ ਧੂੜ ਹੋ ਜਾ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਕਰਨਾ ਕਿ ਹਰ ਕਾ ਨਾਮ ਧਿਆਏ ਸੁਣ, ਪਹਿਲੋਂ ਧਿਆ ਫਿਰ ਉਹਨੂੰ ਸੁਣ। ਔਰ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨੇ ਸੁਣਨ ਵਾਲੇ ਦੀਆਂ 4 ਪੌੜੀਆਂ ਉਚਾਰਨ ਕਰ ਦਿੱਤੀਆਂ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਅੰਦਰ ਭੈ ਵਿੱਚ ਟਿਕ ਗਏ, ਉਹ ਤੇ ਆਪ ਹੀ ਤੀਰਥ ਬਣ ਗਏ। ਉਹਨਾਂ ਨੂੰ ਕਿਸੇ ਗੰਗਾ 'ਤੇ ਜਾ ਕੇ 68 ਤੀਰਥਾਂ ਦੇ ਵਿੱਚ ਟੁੱਬੀਆਂ ਲਾਉਣ ਦੀ ਲੋੜ ਨਹੀਂ। ਜਪਣ ਵਾਲੇ ਤੇ ਆਪ ਹੀ ਤੀਰਥ ਬਣ ਗਏ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇੱਥੇ ਮਲ ਮਲ ਕੇ ਨਹਾਓ। ਔਰ ਬਾਬਾ ਕਬੀਰ ਜੀ ਨੇ ਇਹਨਾਂ ਨੇ ਜਦੋਂ ਦੇਖਿਆ ਇਵੇਂ ਦੇ ਲੋਕ ਇਸ ਮਹੀਨੇ ਵਿੱਚ ਆ ਕੇ ਇੰਨੇ ਕਰਮਕਾਂਡ ਕਰਦੇ ਨੇ, ਇੰਨੇ ਭਰਮਾਂ ਦੇ ਵਿੱਚ ਪੈ ਗਏ, ਤੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ। ਕਹਿੰਦੇ ਰੱਬ ਜੀ ਜੇ ਤੈਨੂੰ ਇਸ ਕਬੀਰ ਨਾਲ ਕੋਈ ਕੰਮ ਹੈ ਨਾ, ਆਪਣੇ ਇਸ ਭਗਤ ਨਾਲ, ਪਹਿਲੋਂ ਮੇਰਾ ਕਰਾ ਝਗੜਾ ਖਤਮ ਕਰ। ਦੇਖੋ ਇਹ ਭਗਤ ਉਹੀ ਕਹਿ ਸਕਦਾ, ਇਹ ਅਵਸਥਾ ਉਹੀ ਜਾਣਦੇ ਨੇ ਜਿਹੜੇ ਇਹਦੇ ਵਿੱਚ ਰਹਿ ਚੁੱਕੇ ਨੇ। ਇਹ ਪਿਆਰ ਦੇ ਵਿੱਚ ਆ ਕੇ ਕਹਿੰਦੇ ਨੇ। ਲੋਕ ਤੇ ਕਹਿੰਦੇ ਨੇ ਜੇ ਤੈਨੂੰ ਰੱਬ ਨਾਲ ਕੰਮ ਹੈ ਤੇ ਆਹ ਕਰਮ ਕਰ, ਪਰ ਬਾਬਾ ਕਬੀਰ ਜੀ ਕਹਿੰਦੇ ਜੇ ਤੈਨੂੰ ਆਪਣੇ ਭਗਤ ਨਾਲ ਕੰਮ ਹੈ, ਜੇ ਤੂੰ ਚਾਹੁੰਦਾ ਕਿ 4 ਦਿਨ ਨਿਭ ਜੇ, ਤੇ ਪਹਿਲੋਂ ਮੇਰੇ ਮਨ ਦਾ ਜਿਹੜਾ ਝਗੜਾ ਉਹ ਦੂਰ ਕਰ। ਪੁੱਛਿਆ ਝਗੜਾ ਕੀ ਹੈ? ਉੱਥੇ ਪਾਵਨ ਬਚਨ ਕਹੇ, ਕਹਿੰਦੇ ਝਗੜਾ ਏਕ ਨਬੇਰੋ ਰਾਮ, ਜਿਉ ਤੁਮ ਆਪਣੇ ਜਨ ਸਿਓ ਕਾਮ। ਤੇ ਝਗੜਾ ਕੀ ਸੀ? ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਲੋਕ ਦੁਨੀਆ ਤੁਰੇ ਫਿਰਦੇ ਤੀਰਥਾਂ 'ਤੇ, ਸਮਝ ਨਹੀਂ ਆਉਂਦੀ ਤੀਰਥ ਵੱਡੇ ਨੇ ਕਿ ਜਾਂ ਰੱਬ ਦਾ ਪਰਮੇਸ਼ਰ ਦਾ ਨਾਮ ਜਪਣ ਵਾਲੇ ਭਗਤ ਵੱਡੇ ਨੇ। ਔਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਹਾਓ ਭਾਈ ਸਿੱਖਾ, ਤੂੰ ਆਪ ਹੀ ਤੀਰਥ ਹੈ। ਬਸ ਇਹ ਤੀਰਥ ਤੂੰ ਆਪ ਆਪਣੇ ਅੰਦਰ ਆਪ ਬਣਾਉਣਾ, ਇਹਨੂੰ ਬਣਾ। ਔਰ ਬਾਬਾ ਕਬੀਰ ਜੀ ਨੇ ਤਾਂ ਕਹਿ ਦਿੱਤਾ ਜਿੱਥੇ ਝਗੜਾ ਸੀ ਅੰਦਰ, ਉਸ ਪੰਡਤ ਨੂੰ, ਉਸ ਕਰਮਕਾਂਡੀ ਬ੍ਰਾਹਮਣ ਨੂੰ ਕਿਹਾ ਕਿ ਜਿਹੜੀ ਬਨਾਰਸ ਦੀ ਧਰਤੀ 'ਤੇ ਰਹਿ ਕੇ ਲੋਕਾਂ ਨੂੰ ਕਹਿੰਦਾ ਕਿ ਇੱਥੇ ਆ ਕੇ ਨਹਾਓ, ਇੱਥੇ ਕੋਈ ਮਰ ਜਾਏਗਾ ਕਿ ਤੂੰ ਸਵਰਗਾਂ ਨੂੰ ਜਾਏਗਾ। ਤੇ ਬਾਬਾ ਕਬੀਰ ਜੀ ਨੇ ਇੱਕ ਪਾਵਨ ਬਚਨ ਕਿਹਾ, ਕਹਿੰਦੇ ਜੇ ਮਨ ਦੇ ਵਿੱਚ ਮੈਲ ਹੈ ਨਾ, ਮਨ ਕਰਕੇ ਬੰਦਾ ਕਠੋਰ ਹੈ, ਤੂੰ ਭਾਵੇਂ ਤੇਰੇ ਇਸ ਬਨਾਰਸ ਵਿੱਚ ਵੀ ਆ ਕੇ ਮਰ ਜੇ, ਭਾਵੇਂ ਗੰਗਾ 'ਚ ਡੁੱਬ ਕੇ ਮਰ ਜੇ, ਪਰ ਮੈਂ ਲਿਖ ਕੇ ਦੇ ਦੇਣਾ, ਗਰੰਟੀ ਦੇਣਾ ਕਿ ਉਹ ਸਵਰਗਾਂ ਨੂੰ ਕਦੇ ਜਾ ਹੀ ਨਹੀਂ ਸਕਦਾ। ਬਾਬਾ ਕਬੀਰ ਜੀ ਦਾ ਬਚਨ ਹੈ। ਔਰ ਉਸ ਬ੍ਰਾਹਮਣ ਨੇ, ਪੰਡਤ ਨੇ ਇੱਕ ਧਰਤੀ ਮੰਨੀ ਸੀ ਜਿਹਨੂੰ ਹੜੰਬੇ ਦੀ ਧਰਤੀ ਕਿਹਾ ਗਿਆ। ਕਹਿੰਦੇ ਸਨ ਇਹ ਧਰਤੀ ਲੈਣੀ ਹੈ, ਇਸ ਧਰਤੀ 'ਤੇ ਕੋਈ ਮਰੇ ਤੇ ਭਾਵੇਂ ਕਿੰਨੇ ਜਪ ਤਪ ਸਿਮਰਨ ਕੀਤਾ ਹੋਵੇ, ਉਹ ਨਰਕਾਂ ਨੂੰ ਜਾਂਦਾ ਹੈ। ਔਰ ਇਹ ਹੜੰਬੇ ਦਾ ਜਿਹੜਾ ਇੱਕ ਛੋਟਾ ਜਿਹਾ ਨਗਰ ਹੀ ਹੈ, ਇਹ ਪਿੰਡ ਵੀ ਨਹੀਂ ਪੂਰਾ ਬਣਿਆ।
ਅੱਜ ਵੀ ਤੁਸੀਂ ਉੱਥੇ ਜਾ ਕੇ ਜੇ ਦੇਖੋ, ਉੱਥੇ ਹਿੰਦੂ ਘਰ ਇੱਕ ਵੀ ਨਹੀਂ ਗਾ, ਜੇ ਕੋਈ ਹੈ ਤਾਂ ਮੁਸਲਮਾਨ ਹੀ ਨੇ, ਕਿਉਂਕਿ ਵਹਿਮ ਦੇ ਵਿੱਚ ਇੰਨਾ ਪਾ ਦਿੱਤਾ ਨਾ। ਔਰ ਬਾਬਾ ਕਬੀਰ ਜੀ ਸਾਰੀ ਜ਼ਿੰਦਗੀ ਰਹੇ ਬਨਾਰਸ ਵਿੱਚ, ਤੇ ਅਖੀਰਲੇ ਦਿਨਾਂ ਨੂੰ ਫਿਰ ਚੱਲ ਗਏ ਹੜੰਬੇ ਨੂੰ। ਇਸ ਪੰਡਤ ਨੇ ਕਿਹਾ ਸੀ ਕਿ ਕਬੀਰ ਜੀ ਸਾਰੀ ਜ਼ਿੰਦਗੀ ਦੇ ਸਾਡੇ ਤੋਂ ਉਲਟੀ ਚੱਲੇ, ਪਰ ਘੱਟੋ ਘੱਟ ਮਰ ਲੱਗਿਆ ਤੇ ਸਿੱਧੇ ਪਾਸੇ ਤੁਰ ਪਓ। ਔਰ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਸੀ ਠੋਕ ਵਜਾ ਕੇ, ਕਹਿੰਦੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚੇ ਜਾਈ। ਮਨ ਦੇ ਕਠੋਰ ਨੇ, ਤੁਹਾਡੇ ਵਰਗੇ ਭਾਵੇਂ ਬਨਾਰਸ 'ਚ ਮਰ ਜਾਣ, ਮੈਂ ਵੇਖਾਂਗਾ ਕਿਹੜਾ ਨਰਕਾਂ 'ਚੋਂ ਬਚਾਏਗਾ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਏ। ਹਰ ਕੇ ਦਾਸ ਮਰੇ ਹੜੰਬੇ, ਤਾਂ ਸਗਲੇ ਸੈਣ ਤਰਾਈ, ਇਕੱਲੇ ਆਪ ਨਹੀਂ ਤਰਦੇ, ਉਹ ਤੇ ਨਾਲ ਹੋਕਾ ਹੋਰਾਂ ਨੂੰ ਵੀ ਤਾਰ ਲੈਂਦੇ ਨੇ। ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ, ਬਾਬਾ ਕਬੀਰ ਜੀ ਉੱਥੇ ਕਹਿੰਦੇ ਨੇ, ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬਕੁੰਠ ਨਾ ਜਾਣਾ। ਅੰਦਰ ਮੈਲ ਹੈ, ਤੀਰਥਾਂ ਤੇ ਨਹਾ ਕੇ ਕੋਈ ਨਹੀਂ ਜਾਂਦਾ, ਪਰ ਹਾਂ ਹੋ ਸਕਦਾ ਲੋਕ ਖੁਸ਼ ਹੋ ਜਾਣ ਕਿ ਬੱਸ ਤੇ ਬਹਿ ਕੇ ਗਿਆ ਸੀ, ਕਈ ਤੀਰਥਾਂ ਦੇ ਦਰਸ਼ਨ ਕਰਕੇ ਆਇਆ, ਇਸ਼ਨਾਨ ਕਰਕੇ ਆਇਆ, ਬੜਾ ਇਸ਼ਨਾਨੀ। ਬਾਬਾ ਕਬੀਰ ਜੀ ਕਹਿੰਦੇ ਲੋਕ ਖੁਸ਼ ਹੋ ਜਾਣਗੇ, ਬੇਸ਼ੱਕ ਹੋ ਜਾਣ, ਪਰ ਇਹ ਇਸ਼ਨਾਨ ਕਰਕੇ ਬਾਹਰ ਦੇ ਕਰਮ ਕਾਂਡ ਕਰਕੇ ਰੱਬ ਕਦੇ ਨਹੀਂ ਜੇ ਖੁਸ਼ ਹੋਣਾ। ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ। ਲੋਕ ਪਤੇਣਾ ਕਛੂ ਨਾ ਹੋਵੈ, ਨਹੀਂ ਰਾਮ ਏ ਆਣਾ। ਵੀ ਰੱਬ ਕੋਈ ਨਿਆਣਾ ਥੋੜ੍ਹੀ ਤੁਹਾਡੇ ਟੁੱਬੀਆਂ ਲਾ ਕੇ ਜਿਹੜਾ ਖੁਸ਼ ਹੋ ਜਾਏਗਾ। ਹੁਣ ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ, ਸਮਝਾਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਗੱਲ ਨੂੰ ਸਮਝਣ ਵਾਲੇ ਹੁੰਦੇ ਥੋੜ੍ਹੇ ਵਿਰਲੇ ਹੀ ਨੇ। ਲੋਕ ਸਮਝਦੇ ਨੇ ਕਿ ਲੋਕ ਖੁਸ਼ ਹੋ ਗਏ ਤੇ ਮੈਂ ਧਰਮੀ ਬੰਦਾ ਬਣ ਗਿਆ, ਪਹਿਰਾਵਾ ਪਾ ਲਿਆ। ਸਤਿਗੁਰੂ ਕਹਿੰਦੇ ਨੇ, ਜਨ ਨਾਨਕ ਕੋਟਨ ਮੈਂ ਕੋਊ, ਨਾਰਾਇਣ ਜਿਹੇ ਚੀਤ। ਜਿੰਦਾ ਚਿੱਤ ਜੁੜਿਆ ਹੋਇਆ ਉਹ ਵਿਰਲੇ ਨੇ, ਜਿਹਨੂੰ ਗੁਰੂ ਸਾਹਿਬ ਜੀ ਇਹ ਵੀ ਬਚਨ ਕਹਿੰਦੇ ਨੇ, ਹੈਨ ਵਿਰਲੇ ਨਾ ਹੀ ਘਣੇ। ਫੈਲ ਪੱਕੜ ਸੰਸਾਰ, ਉਹ ਵਿਰਲੇ ਨੇ, ਉਹ ਖੰਡੇ ਬਾਟੇ ਦੀ ਪਹੁ ਲੈ ਕੇ ਵੀ ਜਿਹੜੇ ਇਸ ਵਹਿਮ ਤੇ ਭਰਮ ਦੇ ਵਿੱਚ ਫਸੇ ਹੋਏ ਨੇ, ਵਿਰਲੇ ਨੇ ਜਿਹੜੇ ਨਿਕਲੇ ਨੇ। ਹੋਰ ਸਤਿਗੁਰੂ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਐ। ਵਿਰਲੇ ਕਈ ਉਹਨਾਂ ਵਿੱਚੋਂ ਵੀ ਕੋਈ ਵਿਰਲਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਜੇ ਨਹਾਉਣਾ ਹੈ, ਜੇ ਪੂਜਾ ਕਰਨੀ ਤੇ ਇੱਕੋ ਦੀ ਕਰੋ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਮਾਘ ਮੱਜਨ ਸੰਗ ਸਾਧੂਆਂ, ਤੇ ਬਾਬਾ ਕਬੀਰ ਜੀ ਕਹਿੰਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਗੁਰੂ ਦੇ ਸੇਵਾ, ਗੁਰੂ ਦਾ ਸਿਮਰਨ ਹੀ ਸੱਚਾ ਤੀਰਥ ਹੈ, ਇਹ ਸੱਚਾ ਨਹਾਉਣਾ ਹੈ। ਔਰ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਸੀ, ਦੇਖੋ ਜੇ ਤੁਸੀਂ ਗੰਗਾ ਦੇ 68 ਤੀਰਥ ਮੰਨਦੇ ਹੋ, ਇਸੇ ਗੰਗਾ ਦੇ ਵਿੱਚ ਇੱਕ ਡੱਡੂ ਫੜ ਕੇ ਪੰਡਤ ਦੇ ਹੱਥ ਉੱਤੇ ਰੱਖਿਆ ਸੀ, ਪੰਡਤ ਜੀ ਤੁਸੀਂ ਕਹਿੰਦੇ ਹੋ ਗੰਗਾ ਦੇ ਵਿੱਚ ਨਹਾਉਣ ਕਰਕੇ ਮੁਕਤੀ ਮਿਲ ਜਾਂਦੀ, ਮੁਕਤ ਹੋ ਜਾਂਦੇ ਨੇ, ਫਿਰ ਦੱਸ ਡੱਡੂ ਮੁਕਤ ਕਿਉਂ ਨਹੀਂ ਹੋਇਆ? ਜੇ ਡੱਡੂ ਮੁਕਤ ਹੋ ਜਾਏ ਫਿਰ ਤਾਂ ਸਮਝ ਲਾਂਗੇ ਤੂੰ ਵੀ ਮੁਕਤ ਹੋ ਜਾਣਾ ਹੈ। ਤੇ ਜੇ ਇਹ ਗੰਗਾ, ਇਹ ਪਾਣੀ, ਕੋਈ ਤੀਰਥ, ਕੋਈ ਕੰਡਾ ਇੱਕ ਡੱਡੂ ਨੂੰ ਮੁਕਤ ਨਹੀਂ ਕਰ ਸਕਿਆ ਤੇ ਭਾਈ ਬੰਦੇ ਨੂੰ ਕਿੱਥੋਂ ਕਰੇਗਾ? ਔਰ ਬਾਬਾ ਕਬੀਰ ਜੀ ਦੇ ਬਚਨ ਨੇ, ਕਹਿੰਦੇ ਜਲ ਕੇ ਮੱਜਣ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਉਏ ਨਰ। ਹੁਣ ਇਹ ਬਾਬਾ ਕਬੀਰ ਜੀ ਨੇ ਸਿਰਫ ਉਸ ਬ੍ਰਾਹਮਣ ਨੂੰ ਜਾਂ ਪੰਡਤ ਨੂੰ ਥੋੜ੍ਹੀ ਕਿਹਾ ਸੀ, ਕੋਈ ਜਿਹੜੇ ਕਿਰਪਾਨਾਂ ਪਾ ਕੇ ਮਾਘ ਦੇ ਮਹੀਨੇ ਵਿੱਚ ਪਖੰਡ ਕਰਦੇ ਕਿ ਅਸੀਂ ਇਸ ਮਹੀਨੇ ਜ਼ਰੂਰ ਨਹਾਉਣਾ ਹੈ, ਬਾਕੀ ਭਾਵੇਂ ਨਹਾਈਏ ਕਿ ਨਾ ਨਹਾਈਏ ਫਿਰ ਉਹ ਡੱਡੂ ਨਾਲੋਂ ਘੱਟ ਨਹੀਂ ਜੀ। ਔਰ ਪਹਿਲੋਂ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਡੇ ਸਿੱਖਾਂ ਲਈ ਤਾਂ ਹੁਕਮ ਹੈ ਵੀ ਭਾਵੇਂ ਮਾਘ ਹੋਵੇ ਤੇ ਭਾਵੇਂ ਹੋਵੇ ਭਾਦੋ, ਤੂੰ ਤੇ ਰੋਜ਼ ਹੀ ਨਹਾਉਣਾ, ਤੇਰੇ ਲਈ ਰੋਜ਼ ਹੀ ਮਾਘ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਤੇ ਸਾਨੂੰ ਹੁਕਮ ਹੈ ਪਾਣੀ ਦੇ ਨਾਲ ਇਸ਼ਨਾਨ ਕਰਕੇ ਗੁਰੂ ਦੀ ਸੰਗਤ ਵਿੱਚ ਆ ਕੇ ਫਿਰ ਨਹਾਉਣਾ ਹੈ, ਗੁਰੂ ਦੇ ਬਚਨਾਂ ਵਿੱਚ ਟੁੱਬੀਆਂ ਲਾਉਣੀਆਂ ਨੇ।
पर एक कर्म कांड नहीं। अज के महीने साई गुरु साहब जी समझाते हैं। उत्थे बाबा कबीर जी कहते हैं कि जे नहाउण नाल मुक्ति हुंदी फिर तो डड्डू जिहड़े सी हुण तक मुक्त हो जाते। धन गुरु नानक देव महाराज जी कहते हैं भाई तीर्थां ते नहाउण दा मैं सिर्फ खंडन नहीं करदा, जे तुसीं तीर्थां ते नहाउणा ही है तो नहाओ, पर सिखो घट्टो घट्ट पता तो होवे तीर्थ है किहड़ा। गुरु नानक साहिब के बचन ने कहते हैं मैं खंडन नहीं करता, मैं भी तीर्थ ते नहाउण जाना, पर समझाउणा है कि तीर्थ है किहड़ा। कहते तीर्थ नहावण जाऊं बिंदी ला के पाठ मैं तीर्थ से नहाउण चलिया, जां मैं तीर्थ से नहाउण जाना हाँ, पर किहड़े तीर्थ से जी? प्रयागराज नहीं, त्रिवेणी ते नहीं। कहते तीर्थ नहावण जाऊं तीर्थ नाम है, गुरु दा परमेश्वर दा नाम ही तीर्थ है, मैं इस तीर्थ से नहाउण जाना। और सतगुरु जी ने उत्थे पावन बचन कहे तीर्थ नहावण जाओ तीर्थ नाम है। बाबा कबीर जी ने पावन बचन किया कि जेड़े तीर्थ लोगों ने समझ लेना 68 तीर्थ तो बड़े ने, पूजन वास्ते देवी देवते भी बड़े ने। नहावण को तीर्थ घणे पूजन को बहु देव। पर बाबा कबीर जी कहते हैं सच है कि जिन्ने मर्जी देवतियां नूं पूज लो, जिन्ने मर्जी तीर्थां ते नहावो, इन्हां ने तुहानूं मुक्त कोई नहीं करना। नहावण को तीर्थ घणे पूजन को बहु देव, कहो कबीर छुटन नहीं मन बौरा रे। फिर किवें छुट्टिया जाएगा जी? कहते छुटन हर की सेव। छुटन का तरीका इको है, हरि परमात्मा की दसी हुई सेवा का सिमरन। तो धन गुरु नानक देव महाराज जी कहते हैं तीर्थ नहावण जाऊं तीर्थ नाम है। तीर्थ गुरु का शब्द है, तो शब्द भी वो जिन्हों विचार के अंदर ज्ञान आ जाए। भाई साहब भाई गुरदास जी ने उन्होंने पावन बचन कहे कि देखो जिहड़ी गंगा है स्वर्गां दे विच इहनूं अरावती कहा गया, इहनूं मन्निया गया कि तिन्नां लोकां 'च चलदी, स्वर्गां 'च अरावती कह दिता गया, पताल दे विच इहदा नाम भुगावती रख दिता, ते जिहड़ी इस मातलोक विच चलदी इहनूं गंगा कह दिता। ते इस गंगा के कंढे ते बने हुए 68 तीर्थ ने जिहड़े वैष्णव मत दे विच मन्ने जांदे ने कि इन्हां 68 तीर्थां ते नहाईए ते तां ही मुक्त होईदा। पर बाबा जिथे भाई साहब भाई गुरदास जी कहते हैं कि उस गंगा तो पुछ के देखो, गंगा दे विच जिथे उन्होंने गिनती की 900 नदी 99 68 तीर्थ अंग समाई। और भाई साहब की गिनती देखो किहड़े ढंग नाल उन्होंने की 999 नदियाँ इस गंगा दे विच आके मिलदियां ने, छोटियां वड्डियां नदियां नाले 999। कहते 900 नदी 99 68 तीर्थ अंग समाई, देवी देव सरेवंदे जय जयकार वड्डी वड्याई। इस गंगा नूं देवी देवते भी सिमरते ने, सेवा करते हैं, दी वड्याई करते हैं। पर उत्थे भाई साहब जी कहते हैं सन गंगा बैकुंठ लख लख बैकुंठ नाद लिव लाई, सने गंगा सदे बकुंठ जिन्हों स्वर्ग कहा गया। ये हर वेले जिहड़े लिव ला के अरदास बेनती करते हैं तो ये तो इक्को ही करते हैं किहड़ी जी कि हर का नाम ध्याए सुन सबना नूं कर दान। वो बेनती किहड़ी है? भाई साहब जी उत्थे लिखते हैं कि सन गंगा बैकुंठ लख लख बैकुंठ नाद लिव लाई, साधो धूड़ दुलंभ है साध संगत सतगुरु सरनाई। कि ये साधु दे धूड़ गुरु दे संगत दे धूड़ बड़ी दुर्लभ है, सानू किते नसीब हो जाए असीं जपण वालियां दी संगत कर सकीए। और सतगुरु धन गुरु नानक देव महाराज ने ते पावन बचन कहे गुरु ग्रंथ साहिब जी ने, ये जड़ियाँ नदियाँ ने जिन्हों तीर्थ कहा गया 68 तीर्थ, कि इत्थे जाके टुब्बियां लाइए मुक्ति मिल जाती, इत्थे मैल उतर जाती। सतगुरु जी कहते हैं कदे इन्हों पुछ के देखो, ये जी गंगा है जमुना है सरस्वती है, ये तो हर वेले अरदास बेनतियां करदियां ने हाथ जोड़ के
ਸਾਧੂਆਂ ਦੀ ਧੂੜ ਆਪ ਮੰਗਦੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਬਚਨ ਹੈ ਕਿ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂੜ ਸਾਧੂ ਕੀ ਤਾਈ। ਇਹ ਤੇ ਹਰ ਵੇਲੇ ਚਾਹੁੰਦੀਆਂ ਨੇ ਕੋਈ ਸਾਧੂ ਆਵੇ, ਕੋਈ ਜਪਣ ਵਾਲਾ ਆਵੇ, ਉਹਨਾਂ ਦੀ ਸੰਗਤ ਮਿਲੇ। ਤੇ ਕੀ ਅਰਦਾਸ ਬੇਨਤੀ ਕਰਦੀਆਂ ਨੇ, ਕਿਲ ਵਿਖ ਮੈਲ ਭਰੇ, ਪਾਪਾਂ ਦੇ ਮੈਲ ਦੇ ਨਾਲ ਭਰੇ ਹੋਏ ਲੋਕ ਆ ਕੇ ਸਾਡੇ ਵਿੱਚ ਟੁੱਬੀਆਂ ਲਾਈ ਜਾਂਦੇ ਨੇ। ਕਿਲ ਵਿਖ ਮੈਲ ਭਰੇ, ਪਰੇ ਹਮਰੇ ਵਿੱਚ, ਮੈਲ ਦੇ ਨਾਲ ਭਰੇ ਹੋਏ ਸਾਡੇ ਵਿੱਚ ਆ ਕੇ ਪੈ ਜਾਂਦੇ ਨੇ, ਇੱਥੇ ਆ ਕੇ ਡੁੱਬਦੇ ਨੇ। ਕਿਲ ਵਿਖ ਮੈਲ ਭਰੇ, ਪਰੇ ਹਮਰੇ ਵਿੱਚ, ਪਰ ਕਹਿੰਦੇ ਹਮਰੀ ਮੈਲ, ਇਹ ਤੀਰਥ ਕਹਿੰਦੇ ਨੇ ਸਾਡੀ ਮੈਲ। ਹਮਰੇ ਮੈਲ ਸਾਧੂ ਕੀ ਧੂੜ ਗਵਾਈ, ਸਾਡੇ ਅੰਦਰ ਦੀ ਮੈਲ ਤੇ ਉਦੋਂ ਜਾਣੀ ਜਦੋਂ ਕਿਤੇ ਜਪਣ ਵਾਲਿਆਂ ਦੀ ਧੂੜ ਸਾਨੂੰ ਨਸੀਬ ਹੋਏ। ਹਰ ਕਾ ਨਾਮ ਧਿਆਏ ਸੁਣ, ਜਿੱਥੇ ਕਹਿੰਦੇ ਨੇ ਧੂੜੀ ਕਰ ਇਸ਼ਨਾਨ। ਸਤਿਗੁਰੂ ਕਹਿੰਦੇ ਨੇ ਇਹ ਤੀਰਥ ਜਿਨ੍ਹਾਂ ਨੂੰ ਲੋਕਾਂ ਨੇ ਕਹਿ ਦਿੱਤਾ ਤੇ ਆਪ ਕਰਦੇ ਨੇ, ਔਰ ਜਿਨ੍ਹਾਂ ਨੇ ਮਾਘ ਮੱਜਣ ਸੰਗ ਸਾਧੂਆਂ, ਇਸ ਮਾਘ ਦੇ ਮਹੀਨੇ ਰਾਹੀਂ ਇਸ ਗੱਲ ਨੂੰ ਸਮਝ ਕੇ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਸੰਗਤ ਕਰ ਲਈ ਨਾ, ਇਸ ਬੰਦਗੀ ਵਿੱਚ, ਸਿਮਰਨ ਵਿੱਚ, ਸੰਗਤ ਵਿੱਚ ਇੰਨੀ ਸਮਰੱਥਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪੈਰਾਂ ਤੋਂ ਪਿੰਗਲੇ ਹੋਣ, ਜਿਨ੍ਹਾਂ ਤੋਂ ਚੱਲਿਆ ਨਾ ਜਾਵੇ, ਸੰਗਤ ਕਰ ਲੈਣ ਤੇ ਵੱਡੇ ਵੱਡੇ ਪਹਾੜ ਲੰਘ ਜਾਂਦੇ ਨੇ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰਬ ਕੀਤਾ। ਔਰ ਇੱਥੇ ਗੱਲ ਸਿਰਫ ਉਹ ਪੈਰਾਂ ਵਾਲੀ ਨਹੀਂ, ਇਹ ਜੇ ਸੰਗਤ ਮਿਲ ਜੇ ਤੇ ਖਲ ਚਤੁਰਬ ਕੀਤਾ, ਜਿਹਨੂੰ ਲੋਕ ਮੂਰਖ ਛੱਜੂ ਚਿਵਰ ਕਹਿੰਦੇ ਸਨ ਕਿ ਇਹਨੂੰ ਸਮਝ ਕੋਈ ਨਹੀਂ, ਇਹ ਤੇ ਬੌੜਾ ਹੈ, ਉਹ ਵੀ ਗੀਤਾ ਦੇ ਅਰਥ ਕਰ ਦਿੰਦਾ। ਇੱਥੇ ਪੈਰਾਂ ਤੋਂ ਜਿਹੜੇ ਚੱਲਿਆ ਨਹੀਂ ਜਾਂਦਾ, ਇਹ ਵੱਡੇ ਵੱਡੇ ਵਿਕਾਰਾਂ ਦੇ ਜਿਹੜੇ ਪਹਾੜ ਨੇ ਉਹ ਟੱਪ ਜਾਂਦੇ ਨੇ ਜਿਨ੍ਹਾਂ ਨੂੰ ਸੰਗਤ ਮਿਲ ਜੇ। ਪਿੰਗਲ ਪਰਬਤ ਪਾਰ ਪਰੇ, ਖਲ ਚਤੁਰਬ ਕੀਤਾ, ਅੰਦਲੇ ਤ੍ਰਿਭਵਨ ਸੁਝਿਆ। ਤੇ ਕਦੋਂ, ਜਦੋਂ ਗੁਰ ਭੇਟ ਪੁਨੀਤਾ, ਜਦੋਂ ਗੁਰੂ ਨੂੰ ਮਿਲ ਗਏ। ਔਰ ਉੱਥੇ ਕਹਿ ਦਿੱਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹ ਸਾਧੂ ਸੰਗ ਦੀ ਮਹਿਮਾ ਹੈ ਤੇ ਮਿੱਤਰ ਪਿਆਰਿਓ ਨੂੰ ਸੁਣੋ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਮਾਘ ਦਾ ਮਹੀਨਾ ਕੇਵਲ ਕਰਮ ਕਾਂਡ ਨਹੀਂ, ਇੱਥੋਂ ਸਮਝ ਕੇ ਗੁਰੂ ਦੇ ਜਪਣ ਵਾਲਿਆਂ ਦੀ ਸੰਗਤ ਕਰਕੇ ਤੇਰਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਣਾ ਹੈ। ਔਰ ਦੇਖੋ ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ ਸਾਨੂੰ ਸਮਝਾਇਆ, ਇਹ ਮੈਲ ਕੋਈ ਕੋਟ ਅੱਗ ਹਰੇ, ਨਿਰਮਲ ਭਏ ਚੇਤਾ। ਜਿਨ੍ਹਾਂ ਨੇ ਇਸ ਮਹਿਮਾ ਨੂੰ ਜਾਣ ਲਿਆ, ਉਹਨਾਂ ਨੇ ਆਪਣੇ ਅੰਦਰ ਦੀ ਮੈਲ ਕੱਢ ਲਈ, ਅੰਦਰ ਜਿਹੜੇ ਨੇ ਨਿਰਮਲ ਹੋ ਗਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿੱਥੇ ਅੱਜ ਸਾਨੂੰ ਸਮਝਾਉਂਦੇ ਨੇ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਉੱਥੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਦੇਖੋ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਸਾਨੂੰ ਕਿਹੜੇ ਢੰਗ ਦੇ ਨਾਲ ਜੋੜਿਆ। ਅੰਮ੍ਰਿਤ ਵੇਲੇ ਰੋਜ਼ ਚੇਤੇ ਕਰਾਉਂਦੇ ਨੇ ਕਿ ਤੂੰ ਸੰਗਤ ਕਰਨੀ ਹੈ ਗੁਰੂ ਸਾਧੂ ਦੀ। ਔਰ 5ਵੀਂ ਤੇ 6ਵੀਂ ਜਪਜੀ ਸਾਹਿਬ ਦੀ ਪੌੜੀ ਦੇ ਵਿੱਚ 2 ਵਾਰੀ ਯਾਦ ਕਰਾਇਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ, ਉਹ ਮੈਨੂੰ ਭੁੱਲ ਨਾ ਜਾਏ। ਸਾਰਿਆਂ ਦਾ ਦਾਤਾ ਇੱਕ ਹੈ, ਉਹ ਮੈਨੂੰ ਯਾਦ ਰਵੇ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਔਰ ਸੌਣ ਲੱਗਿਆ, ਜਦੋਂ ਰਾਤ ਨੂੰ ਸੌਣਾ ਹੈ, ਗੁਰੂ ਸਾਹਿਬ ਜੀ ਫਿਰ ਚੇਤੇ ਕਰਾਉਂਦੇ ਨੇ। 16 ਸਾਹਿਬ ਦੇ ਵਿੱਚ ਆਪਾਂ ਫਿਰ ਉਸੇ ਤਰ੍ਹਾਂ ਪੜ੍ਹਨੇ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੇ ਪੂਰੇ। ਤੇ ਕਿਹੜੀ ਸ਼ਰਧਾ ਪੂਰੀ ਹੋਈ? ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਾ। ਔਰ ਧੂੜ ਦੇ ਪਾਵਰਥਨ ਨੇ ਨਿਮਰਤਾ, ਉਹਨਾਂ ਦੀ ਸੰਗਤ ਉਹਨਾਂ ਦੇ ਮਿਲ ਜੇ ਤੇ ਸਾਡਾ ਪਾਰ ਉਤਾਰਾ ਹੈ। ਸਭ ਤੋਂ ਵੱਡਾ ਸੁੱਖ ਇੱਥੇ ਹੈ। ਔਰ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਲੋਕ ਕਹਿੰਦੇ ਨੇ, ਦੇਖੋ ਸ਼ਬਦ ਵਰਤਿਆ ਜਾਂਦਾ ਸ਼ਹੀਦ, ਕਿ ਦੇਸ਼ ਦੇ ਲਈ ਸ਼ਹੀਦ ਹੋ ਗਏ ਜੀ, ਉਹ ਤੇ ਸਦਾ ਲਈ ਅਮਰ ਹੋ ਗਏ।
ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਵੇਂ ਤਾਂ ਬੜੇ ਬੜੇ ਵੱਡੇ ਵੱਡੇ ਯੋਧੇ ਆਪਸ ਵਿੱਚ ਲੜ ਲੜ ਕੇ ਭਿੜ ਕੇ ਮਰ ਖੱਪ ਗਏ, ਨਾਮੋ ਨਿਸ਼ਾਨ ਮਿਟ ਗਿਆ। ਨਾ ਭੀਜੈ ਭਿੜ ਮਰੈ ਭਿੜ ਸੂਰ, ਇਵੇਂ ਭਿੜ ਕੇ ਲੜ ਕੇ ਮਰ ਕੇ ਰੱਬ ਪਰਮੇਸ਼ਰ ਖੁਸ਼ ਕਦੇ ਨਹੀਂ ਜੇ ਹੁੰਦਾ। ਲੋਕ ਤਾਂ ਕਹਿੰਦੇ ਨੇ ਨਾ ਕਿ ਸ਼ਹੀਦ ਹੋ ਗਿਆ ਦੇਸ਼ ਲਈ ਕੌਮ ਲਈ, ਉਹ ਚਲਾ ਗਿਆ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਅੰਦਰ ਪਿਆਰ ਹੈ ਤੇ ਇਵੇਂ ਦੇ ਭੇਟ ਕਰਕੇ ਜਿੰਨੇ ਬੜੇ ਸੂਰਮੇ ਨੇ ਔਰ ਏਡੇ ਏਡੇ ਵੱਡੇ ਸੂਰਮੇ ਨੇ ਜਿਹਨੂੰ ਅਸੀਂ ਰੋਜ਼ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ, ਸਿੱਧ ਸੁਪਾਹਾ ਸੰਤ ਦੁਬਾਹਾ ਸੁਸਾਜਨ ਸੰਤ ਸਨਾਹ ਸੁ ਦੁਰ ਜਾਣ ਦਲੈਂਗੇ। ਭਾਰੇ ਗੁਮਾਨ ਭਰੇ ਮਨ ਮੈਂ, ਏਡਾ ਮਨ ਦੇ ਵਿੱਚ ਅਭਿਮਾਨ ਗੁਮਾਨ ਕਿ ਕਰ ਪਰਬਤ ਪੰਖ ਹਲੇ। ਅਸੀਂ ਮੈਦਾਨ ਵਿੱਚ ਪੈਰ ਰੱਖ ਲਿਆ, ਹੋ ਸਕਦਾ ਜਿਹੜੇ ਪਰਬਤ ਨੇ ਪਹਾੜ ਨੇ ਖੰਭ ਲਾ ਕੇ ਹਿੱਲ ਜਾਣ, ਉੱਡ ਜਾਣ, ਨਾ ਹਲਾਂਗੇ, ਪਰ ਅਸੀਂ ਮੈਦਾਨ ਵਿੱਚੋਂ ਨਹੀਂ ਹਿੱਲਣਾ। ਸੁਧ ਸੁਪਾਹਾ ਸੰਤ ਦੁਬਾਹ ਸੁ ਸੰਤ ਸਨਾਹ ਦੁਰ ਜਾਨ ਜਲੈਂਗੇ। ਭਾਰੇ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੋਰ ਬਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਸਿਰੇ ਪਤ ਸਿਰੇ ਭਗਵਾਨ ਭਜੇ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਜੇ ਸਿਮਰਨ ਨਹੀਂ, ਜੇ ਨਾਮ ਨਹੀਂ, ਜਹਾਨ ਨੂੰ ਛੱਡ ਕੇ ਚਲੇ ਜਾਣਾ। ਔਰ ਗੁਰੂ ਸਾਹਿਬ ਨੇ ਤਾਂ ਸਾਡੇ 'ਤੇ ਕਿਰਪਾ ਇੰਨੀ ਕੀਤੀ, ਐਸਾ ਨਿਰਮਲ ਪੰਥ ਬਖਸ਼ਿਆ। ਇਸ ਘਰ ਵਿੱਚੋਂ ਆਵਾਜ਼ ਆਈ ਕਿ ਪਹਿਲਾ ਮਰਨ ਕਬੂਲ, ਜੀਵਨ ਕੇ ਛੱਡ ਆਸ, ਹੋ ਸਭਨਾ ਕੀ ਰੇਣਕਾ। ਸਾਰਿਆਂ ਦੇ ਚਰਨਾਂ ਦੀ ਰੇਣ ਹੋ ਜਾ, ਧੂੜੀ ਕਰ ਇਸ਼ਨਾਨ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਸਤਿਗੁਰੂ ਜੀ ਨੇ ਜਿੱਥੇ ਉੱਥੇ ਦੇਖੋ ਸਾਨੂੰ ਸਮਝਾਇਆ ਹੈ ਕਿ ਇੱਥੇ ਧੂੜੀ ਦਾ ਇਸ਼ਨਾਨ ਪਾਵੇ, ਕੇਵਲ ਪਹਿਰਾਵਾ ਨਹੀਂ। ਪਹਿਰਾਵਾ ਪਾ ਕੇ ਜੇ ਕੋਈ ਧਰਮੀ ਬਣ ਜੇ, ਮਾਘ ਦੇ ਮਹੀਨੇ ਵਿੱਚ ਇਸ਼ਨਾਨ ਕਰ ਕਰਕੇ ਵਿਖਾਵੇ ਕਿ ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਦਾ ਵਿਖਾਵਾ ਕਰਨ ਵਾਲੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਭਲਾ ਕਹੀ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਜ਼ਰੂਰ ਹਾਂ ਕਿ ਆਪਸ ਕੋ ਜੋ ਭਲਾ ਕਹਾਵੇ, ਕਿ ਮੈਂ ਤੀਰਥ ਇਸ਼ਨਾਨੀ, ਮੈਂ ਮਾਘ ਦਾ ਮਹੀਨਾ ਨਹਾਉਣ ਵਾਲਾ, ਮੈਂ ਤੀਰਥਾਂ 'ਤੇ ਜਾਣ ਵਾਲਾ, ਭਲਾ ਆਪਣੇ ਆਪ ਨੂੰ ਕਹਾਈ ਜਾਵੇ। ਅਸਲ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਨੇੜੇ ਤੇੜੇ ਭਲਾ ਹੁੰਦਾ ਹੀ ਨਹੀਂ, ਉਹ ਕਿਸੇ ਦਾ ਭਲਾ ਕਰ ਹੀ ਨਹੀਂ ਸਕਦਾ। ਵੀ ਜਿਹੜਾ ਆਪਣੇ ਆਪ ਦਾ ਭਲਾ ਨਹੀਂ ਕਰ ਸਕਦਾ, ਕਿਸੇ ਦਾ ਕਿੱਥੋਂ ਕਰੇਗਾ। ਉਹਦੇ ਪਾਵਨ ਬਚਨ ਗੁਰੂ ਸਾਹਿਬ ਜੀ ਦੇ ਨੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨ ਆਵੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਸ ਕੋ ਜੋ ਜਾਣੇ ਨੀਚਾ। ਇਸ ਘਰ ਵਿੱਚ ਤੇ ਨਿਮਰਤਾ ਪ੍ਰਵਾਨ ਹੈ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੋਂ ਉੱਚਾ, ਸਭ ਤੋਂ ਵੱਡਾ ਤੇ ਉਹੀ ਹੈ। ਮਾਘ ਮੱਜਣ ਸੰਗ ਸਾਧੂਆਂ, ਧੂੜੇ ਕਰ ਇਸ਼ਨਾਨ, ਤੂੰ ਨਿਮਰਤਾ ਦੇ ਵਿੱਚ ਆ ਜਾ। ਧੂੜੇ ਇਸ਼ਨਾਨ ਤੋਂ ਭਾਵ ਹੀ ਨਿਮਰਤਾ ਹੈ ਨਾ ਜੀ। ਔਰ ਦੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕੇਵਲ ਸਾਨੂੰ ਥੋੜ੍ਹੀ ਕਿਹਾ ਕਿ ਸਿੱਖੋ ਤੁਸੀਂ ਨਿਮਰਤਾ ਵਿੱਚ ਆਓ। ਜਿਹੜੇ ਗੁਰੂ ਸਾਹਿਬ ਨੇ ਬਚਨ ਕਹੇ ਆਪਣੇ ਜੀਵਨ ਦੇ ਵਿੱਚ ਪਹਿਲੋਂ ਉਹ ਕਮਾਏ, ਸਾਨੂੰ ਕਰਕੇ ਵਿਖਾਏ। ਕਾਬਲ ਤੋਂ ਸੰਗਤਾਂ ਚੱਲ ਕੇ ਆਈਆਂ ਅੰਮ੍ਰਿਤਸਰ, ਔਰ ਸਮਾਂ ਆਪ ਜੀ ਜਾਣਦੇ ਸੀ ਉਦੋਂ ਬਹੁਤੇ ਜਿਹੜੇ ਸਿੱਖ ਸਨ ਪੈਦਲ ਹੀ ਆਉਂਦੇ ਹੁੰਦੇ ਸਨ, ਜਾਂ ਵੱਧ ਤੋਂ ਵੱਧ ਬੈਲ ਗੱਡੀਆਂ 'ਤੇ। ਔਰ ਗੁਰੂ ਘਰਾਂ ਦੇ ਵਿੱਚ ਆਉਣਾ ਉਦੋਂ ਦੇ ਸਿੱਖਾਂ ਦਾ ਅਤੇ ਅੱਜ ਦੇ ਸਾਡੇ ਵਰਗੇ ਸਿੱਖਾਂ ਦਾ ਜਾਣਾ ਬੜਾ ਫਰਕ ਹੈ। ਉਹਨਾਂ ਜਥੇ ਬਣਾ ਕੇ ਆਉਣਾ, ਗੁਰੂ ਗੁਰੂ ਜਪਦੇ ਆਉਣਾ, ਬਾਣੀ ਪੜ੍ਹਦੇ ਆਉਣਾ। ਕਾਬਲ ਤੋਂ ਜਥਾ ਆਇਆ, ਔਰ ਜਦੋਂ ਅੰਮ੍ਰਿਤਸਰ ਆ ਕੇ ਪਹੁੰਚਿਆ ਇੱਥੇ, ਕਿਉਂਕਿ ਜਿਹੜੇ ਥੱਕੇ ਹੋਏ ਸਨ, ਜਿੱਥੇ ਅੱਜ ਖਾਲਸਾ ਕਾਲਜ ਹੈ, ਇੱਥੇ ਆ ਕੇ ਰੁਕੇ, ਇੱਥੇ ਜੋੜੇ ਲਾਏ। ਕੁਝ ਬਜ਼ੁਰਗ ਨੇ ਜਿਹੜੇ ਉਹ ਆਪਣੇ ਪੈਰ ਘੁੱਟਣ, ਆਪਣੇ ਲੱਤਾਂ ਨੂੰ ਘੁੱਟਣ ਹੱਥਾਂ ਨਾਲ, ਅਤੇ ਨਾਲੇ ਫਿਰ ਥਕੇਵਾ ਹੋਵੇ ਤੇ ਹਾਏ ਹਾਏ ਦੀ ਆਵਾਜ਼ ਕੁਦਰਤੀ ਨਿਕਲਦੀ ਹੈ। ਜਦੋਂ ਬਜ਼ੁਰਗ ਪੈਰ ਆਪਣੇ ਆਪਣੇ ਹੱਥਾਂ ਨਾਲ ਆਪ ਘੁੱਟੇ ਦੇ ਨਾਲੇ ਹਾਏ ਕਰੇ, ਇੱਕ ਨੌਜਵਾਨ ਨੇੜੇ ਬਹਿ ਕੇ ਕਹਿੰਦਾ, ਬਾਪੂ ਕਿ ਮੈਂ ਪੈਰ ਘੁੱਟ ਲਿਆ। ਔਰ ਬਜ਼ੁਰਗ ਨੇ ਦੇਖਿਆ
ਤੇ ਨਾਲੇ ਕਿਹਾ ਕਿ ਜੇ ਕਰਦੇ ਸੇਵਾ ਤੇ ਚੰਗਾ ਹੈ। ਨੌਜਵਾਨ ਨੇ ਪੈਰ ਕੁੱਟੇ, ਦੂਜੇ ਦੇ ਵੀ ਕੁੱਟੇ, ਤੀਜੇ ਦੇ ਵੀ ਕੁੱਟੇ, ਕਈਆਂ ਦੇ ਹੱਥ ਪੈਰ ਧੁਆਏ ਗਰਮ ਪਾਣੀ ਨਾਲ, ਕਈਆਂ ਦੇ ਪੈਰ ਕੁੱਟੇ। ਰਾਤ ਬਤੀਤ ਹੋਈ, ਸਵੇਰੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣਾ ਸੀ, ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਨੇ, ਉੱਥੇ ਪਹਿਲੋਂ ਤਾਂ ਉਹਨਾਂ ਨੇ ਜੋੜੇ ਲਾਏ, ਫਟਾਫਟ ਕੇ ਦਰਸ਼ਨ ਕਰਨ ਚੱਲੀਏ। ਤੇ ਜੋੜੇ ਲਾ ਕੇ ਫਿਰ ਇਹ ਵੀ ਸੀ ਕਿ ਅੱਜ ਤਰ੍ਹਾਂ ਜੋੜੇ ਘਰ ਵੀ ਨਹੀਂ ਸਨ ਬਣੇ ਹੁੰਦੇ। ਕਿਸੇ ਨੇ ਬਜ਼ੁਰਗ ਨੇ ਕਹਿ ਦਿੱਤਾ ਇੰਨੀ ਦੂਰੋਂ ਆਏ, ਕੋਈ ਜੋੜੇ ਦੀ ਸੇਵਾ ਹੀ ਨਹੀਂ ਕਰ ਜੇ। ਔਰ ਸੇਵਾਦਾਰ ਸਾਹਿਬ ਜੀ ਸਮਝੋ ਕੋਈ ਪਾ ਕੇ ਨਾ ਚਲਾ ਜਾਏ, ਕੋਈ ਇੱਕ ਜਣਾ ਜੋੜਿਆਂ ਦੀ ਰਾਖੀ ਬਹਿ ਜਾਓ, ਅਸੀਂ ਦਰਸ਼ਨ ਕਰ ਰਹੀਏ, ਫਿਰ ਦੂਜਾ ਚਲਾ ਜਾਏ। ਔਰ ਉਹ ਜਿਹੜਾ ਨੌਜਵਾਨ ਰਾਤ ਲੱਤਾਂ ਘੁੱਟਦਾ ਸੀ, ਉਹ ਕਹਿੰਦਾ ਜੋੜਿਆਂ 'ਚ ਮੈਂ ਬਹਿਨਾ, ਤੁਸੀਂ ਜਾਓ। ਪਹਿਲੀ ਵਾਰੀ ਦਰਸ਼ਨ ਕਰਨੇ ਸਨ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਤੇ ਜਾ ਕੇ ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਆ, ਸਤਿਗੁਰੂ ਜੀ ਕਿੱਥੇ ਨੇ? ਔਰ ਬਾਬਾ ਬੁੱਢਾ ਸਾਹਿਬ ਜੀ ਕਿਉਂਕਿ ਆਦਿ ਸਿੱਖ ਨੇ, ਸਿੱਖਾਂ ਨੂੰ ਭਰੋਸਾ ਸੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਹੋਣ ਉੱਥੇ ਗੁਰੂ ਸਾਹਿਬ ਜੀ ਨੇ, ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ 'ਤੇ ਕਿਰਪਾ ਹੀ ਇੰਨੇ ਕੀਤੀ ਸੀ, ਬਚਨ ਕਹਿ ਦਿੱਤੇ ਸਨ ਕਿ ਬੁੱਢਾ ਮੈਂ ਤੇਰੇ ਤੋਂ ਕਦੇ ਓਲਾ ਨਹੀਂ ਹੋ, ਤੇਰੇ ਤੋਂ ਓਲਾ ਕਦੇ ਕਰਨਾ ਹੀ ਨਹੀਂ। ਔਰ ਜਿਹੜਾ ਸੰਨ ਸਾਹਿਬ ਗੁਰੂ ਘਰ ਸੇ ਅੱਜ ਜਾ ਕੇ ਦਰਸ਼ਨ ਕਰਨੇ ਆ, ਬਾਬਾ ਬੁੱਢਾ ਸਾਹਿਬ ਜੀ ਨੇ ਕੇਵਲ ਸੰਨ ਲਾਈ ਨਹੀਂ, ਉਸ ਸਾਖੇ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਸਾਨੂੰ ਇੱਕ ਐਡਾ ਵੱਡਾ ਉਪਦੇਸ਼ ਦਿੱਤਾ ਸੀ, ਭਾਈ ਸਿੱਖੋ ਇਹ ਬਾਹਰ ਦੇ ਦਰਵਾਜ਼ੇ ਕੋਈ ਬਹੁਤਾ ਮਾਇਨਾ ਨਹੀਂ ਰੱਖਦੇ, ਇਹ ਬਾਹਰ ਦੇ ਪਹਿਰਾਵੇ ਛੱਡ ਕੇ, ਪਖੰਡ ਛੱਡ ਕੇ ਅੰਦਰ ਦੇ ਤਾਲੇ ਜਿਹੜੇ ਖੋਲ੍ਹਣੇ ਨੇ ਉਹ ਜੁਗਤ ਦੱਸੀ। ਔਰ ਬਾਬਾ ਬੁੱਢਾ ਸਾਹਿਬ ਨੇ ਜਦੋਂ ਪੁੱਛਿਆ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਅੱਖਾਂ ਦੇ ਵਿੱਚ ਜਲ ਆ ਗਿਆ, ਹੱਥ ਨਾਲ ਇਸ਼ਾਰਾ ਕੀਤਾ ਕਿ ਉਹ ਜਿਹੜਾ ਜੋੜਿਆਂ ਦੇ ਵਿੱਚ ਖੜਾ ਉਹ ਹੀ ਗੁਰੂ ਅਰਜਨ ਦੇਵ ਹੈ। ਚਰਨਾਂ ਦੀ ਧੂੜ ਕਿਵੇਂ ਬਣਨਾ? ਜਦੋਂ ਪੁੱਛਿਆ ਤੇ ਸਿੱਖ ਪੁੱਛਦੇ ਨੇ ਸਤਿਗੁਰੂ ਜੀ ਤੁਸੀਂ ਜੋੜਿਆਂ ਦੇ ਵਿੱਚ? ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਕਹਿੰਦੇ ਨੇ ਭਾਈ ਇਹ ਜੋੜੇ ਕੇਵਲ ਸਿੱਖਾਂ ਦੇ ਨਹੀਂ, ਕੇਵਲ ਸੰਗਤ ਦੇ ਨਹੀਂ, ਇਹ ਜੋੜਿਆਂ ਦੇ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਦੇ ਜੋੜੇ ਨੇ। ਤੇ ਭਾਈ ਸਿੱਖੋ ਜਦੋਂ ਸੇਵਾ ਕਰਨੀ ਹੋਵੇ ਨਾ, ਥੱਲੇ ਇੱਕ ਮੋਚੀ ਸਿੱਖ ਰੋਜ਼ ਭਾਵਨਾ ਨਾਲ ਆ ਕੇ ਸੇਵਾ ਕਰਦਾ ਹੈ, ਪਰ ਸਾਨੂੰ ਬਹੁਤਿਆਂ ਨੂੰ ਲੱਗਦਾ ਕਿ ਸ਼ਾਇਦ ਮੋਚੀ ਹੈ। ਔਰ ਉਹਦੀ ਕਥਾ ਜਿਹੜੇ ਇੱਥੇ ਆਉਣ ਵਾਲੇ ਨੇ ਰੋਜ਼ ਉਹ ਜਾਣਦੇ ਨੇ ਕਿ ਜਿਵੇਂ ਉਹਦੀ ਸ਼ਰਧਾ ਬਣੀ, ਧੀ ਨੂੰ ਦਿਸਦਾ ਕੋਈ ਨਹੀਂ ਸੀ। PGI ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਅੱਖਾਂ ਦੇ ਜੋਤ ਦੀ ਆਉਣੀ ਕੋਈ ਨਹੀਂ, ਸਿਰਫ 1 ਫੁੱਟ ਤੋਂ ਦਿਸਦਾ ਸੀ। ਹਰਿਮੰਦਰ ਸਾਹਿਬ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਉਹਦੀ ਰੋਸ਼ਨੀ ਵਾਪਸ ਆਈ। ਔਰ ਸਿੱਖ ਦੀ ਇੱਥੇ ਸ਼ਰਧਾ ਐਸੀ ਬਣੀ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਰੋਜ਼ ਸਿੱਖਾਂ ਦੀਆਂ ਜੋੜਿਆਂ ਦੇ ਵਿੱਚ ਬੈਠ ਕੇ ਪਾਲਿਸ਼ ਕਰਦਾ, ਸੇਵਾ ਕਰਦਾ। ਪਰ ਸਾਨੂੰ ਕਈ ਵਾਰੀ ਲੱਗਦਾ ਕਿ ਸ਼ਾਇਦ ਮੋਚੀ ਨੂੰ ਕੁਝ ਨਾ ਕੁਝ ਦੇ ਦਈਏ, ਮਦਦ ਕਰਨੀ ਠੀਕ ਹੈ, ਪਰ ਦੇਖੋ ਗੁਰੂ ਦੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਚਰਨਾਂ ਦੀ ਧੂੜ ਇਹਨਾਂ ਜੋੜਿਆਂ ਦੇ ਵਿੱਚ ਕੇਵਲ ਸੰਗਤ ਦੇ ਜਾਂ ਲੋਕਾਂ ਦੇ ਜੋੜੇ ਨਹੀਂ, ਇਹਨਾਂ ਦੇ ਵਿੱਚ ਆਪ ਗੁਰੂ ਨਾਨਕ ਸਾਹਿਬ ਜੀ ਹੈ। ਔਰ ਸਤਿਗੁਰੂ ਨੇ ਅੱਜ ਕਿਰਪਾ ਕੀਤੀ, ਕਹਿੰਦੇ ਭਾਈ ਚਰਨਾਂ ਦੀ ਧੂੜ ਬਣ। ਇਹ ਮਾਘ ਦੇ ਮਹੀਨੇ ਰਾਹੀਂ ਸਮਝਾਉਂਦੇ ਨੇ, ਮਾਘ ਮਜਨ ਸੰਗ ਸਾਧੂਆਂ ਧੂੜੇ ਕਰ ਇਸ਼ਨਾਨ। ਤੇ ਇੱਥੋਂ ਜੇ ਕੁਛ ਮਿਲ ਜੇ ਹਰ ਕਾ ਨਾਮ ਧਿਆਏ ਸੁਣ। ਜਿਨ੍ਹਾਂ ਨੇ ਧਿਆ ਕੇ ਸੁਣ ਲਿਆ, ਔਰ ਸਤਿਗੁਰੂ ਜੀ ਕਹਿੰਦੇ ਨੇ ਸੁਣ ਕੇ ਫਿਰ ਉਹਨੂੰ ਮੰਨ ਵੀ ਲਿਆ, ਕੱਲਾ ਧਿਆਏ ਨਹੀਂ, ਸੁਣਿਆ ਨਹੀਂ, ਸੁਣ ਕੇ ਮੰਨ ਵੀ ਲਿਆ। ਔਰ ਕਹਿੰਦੇ ਨੇ ਫਿਰ ਮੰਨੇ ਕੀ ਗਤ ਕਹੀ ਨਾ ਜਾਏ। ਉਹਦੀ ਅਵਸਥਾ ਬੜੀ ਉੱਚੀ ਹੈ। ਸਮੇਂ ਦੇ ਇੱਥੇ ਸਮਾਪਤੀ ਕੇਵਲ 2 ਮਿੰਟਾਂ ਦੇ ਵਿੱਚ ਅੱਖਰੀ ਅਰਥ ਕਰਕੇ ਖਿਮਾ ਤੇ ਜਾਚਕ ਹੋਣਾ। ਗੁਰੂ ਸਾਹਿਬ ਜੀ ਕਹਿੰਦੇ ਨੇ ਧਿਆ ਕੇ ਸੁਣ ਕੇ ਜੇ ਤੇਰੇ ਕੁਛ ਪੱਲੇ ਪੈ ਜੇ ਨਾ, ਫਿਰ ਸਭਨਾਂ ਨੂੰ ਕਰ ਦਾਨ। ਉਹ ਨਾਮ ਦਾ ਦਾਨ ਅੱਗੇ ਕਰਨਾ ਪਈ, ਉਹ ਵੰਡਣਾ ਹੈ। ਉਰੇ ਖਜ਼ਾਨਾ ਗੁਰੂ ਸਾਹਿਬ ਜੀ ਐਸਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿੰਨਾ ਖਾਓਗੇ, ਜਿੰਨਾ ਖਰਚੋਗੇ ਉਨਾ ਹੀ ਵਧੇਗਾ। ਖਾਵਾਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਜਿੰਨੇ ਇੱਥੇ ਇਸ਼ਨਾਨ ਕਰ ਲਿਆ, ਕਹਿੰਦੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਉਹਨਾਂ ਦਾ ਜਨਮ ਕਰਮ ਮਲ ਉਤਰੈ। ਜਨਮ ਦੇ ਵਿੱਚ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਕਰਮ ਕਦੇ ਕੋਈ ਮਾੜਾ ਕੀਤਾ ਹੀ ਨਹੀਂ। ਬਹੁਤ ਕਰਮ ਨੇ ਜਿਨ੍ਹਾਂ ਦੇ ਵਿੱਚ ਮੈਲ ਹੁੰਦੀ ਹੈ,
ਤੇ ਜੇ ਹੋ ਵੀ ਜਾਣ ਗੁਰੂ ਸਾਹਿਬ ਜੀ ਕਹਿੰਦੇ ਭਾਈ ਉਤਰ ਜਾਏਗੀ। ਮਨ ਤੇ ਜਾਏ ਗੁਮਾਨ, ਅੰਦਰੋਂ ਸਭ ਤੋਂ ਵੱਡੇ ਮੈਲ ਦਾ ਜਿਹੜਾ ਕਾਰਨ ਹੈ ਗੁਮਾਨ, ਹੰਕਾਰ, ਹਉਮੈ, ਉਹ ਅੰਦਰੋਂ ਚਲੀ ਜਾਏਗੀ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਵਾਨ। ਕਾਮ ਕ੍ਰੋਧ ਤੇਰੇ ਤੇ ਜ਼ੋਰ ਨਹੀਂ ਪਾਉਣਗੇ, ਅੰਦਰੋਂ ਲੋਭ ਵਾਲੀ, ਕੁੱਤੇ ਵਾਲੀ ਬਿਰਤੀ ਜਿਹੜੀ ਖਤਮ ਹੋ ਜਾਏਗੀ। ਸੱਚੈ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਸੱਚ ਦੇ ਰਸਤੇ ਤੇ ਚੱਲੇਗਾ, ਇੱਕ ਦਿਨ ਜਹਾਨ ਤੇਰੀ ਉਸਤਤ ਕਰੇਗਾ। ਔਰ ਦੇਖੋ ਭਾਈ ਮਰਦਾਨਾ ਜੀ ਇੱਕ ਦਿਨ ਬੜੇ ਨਿਰਾਸ਼ ਜਿਹੇ ਹੋ ਕੇ ਬੈਠੇ ਹੋਏ, ਤੇ ਜਦੋਂ ਧੰਨ ਗੁਰੂ ਨਾਨਕ ਦੇ ਪੁੱਛਦੇ ਨੇ, ਮਰਦਾਨੇ ਅੱਜ ਕੀ ਹੋਇਆ, ਤੂੰ ਤੇ ਹੱਸਦਾ ਖੇਡਦਾ ਰਹਿੰਦਾ ਹਰ ਵੇਲੇ। ਕਹਿੰਦੇ ਸਤਿਗੁਰੂ ਜੀ ਅੱਜ ਮੈਨੂੰ ਕਿਸੇ ਨੇ ਡੂਮ ਕਿਹਾ ਹੈ। ਤੇ ਗੁਰੂ ਸਾਹਿਬ ਜੀ ਹੱਸ ਪਏ, ਤੂੰ ਡੂਮ ਹੈ ਤੇ ਡੂਮ ਕਹਿਣ 'ਚ ਕੀ ਹੋ ਗਿਆ? ਕਹਿੰਦੇ ਸਤਿਗੁਰੂ ਜੀ ਮੈਂ ਡੂਮ ਹਾਂ, ਮੇਰਾ ਪਿਓ ਡੂਮ ਹੈ। ਲੋਕ ਸਾਨੂੰ ਡੂਮ ਕਹਿੰਦੇ ਨੇ, ਕੋਈ ਦੁੱਖ ਨਹੀਂ, ਪਰ ਅੱਜ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਇਹ ਨਾਨਕ ਕੁਰਾਈਏ ਦਾ ਡੂਮ ਹੈ। ਸਾਨੂੰ ਡੂਮ ਕਹਿਣ, ਕੋਈ ਤੁਹਾਨੂੰ ਕੁਰਾਈਆ ਕਿਉਂ ਕਹੇ? ਤੇ ਗੁਰੂ ਸਾਹਿਬ ਨੂੰ ਤੈਨੂੰ ਬਚਨ ਕਹੇ ਸਨ, ਮਰਦਾਨਿਆ ਤੂੰ ਇਸ ਰਾਹ ਤੇ ਚੱਲਦਾ ਰਹੋ ਕਿ ਇੱਕ ਦਿਨ ਸਾਰਾ ਕੁੱਲ ਜਹਾਨ ਤੇਰੀ ਉਸਤਤ ਵੀ ਕਰੇਗਾ। ਔਰ ਭਾਈ ਮਰਦਾਨਾ ਜੀ ਉਹ ਕੁੱਲ ਦੇਖੋ, ਅੱਜ ਉਹਨਾਂ ਦੀ 18ਵੀਂ ਪੀੜ੍ਹੀ ਪਾਕਿਸਤਾਨ ਦੇ ਵਿੱਚ ਅੱਜ ਵੀ ਹੈ। ਭਾਈ ਲਾਲ ਜੀ 17ਵੀਂ ਪੀੜ੍ਹੀ ਵਿੱਚੋਂ ਸਨ, ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ ਨੂੰ ਕਈ ਵਾਰੀ। 28 ਸੈਕਟਰ ਵਿੱਦਿਆ ਕੇਂਦਰ ਦੇ ਵਿੱਚ ਰਹਿੰਦਿਆਂ ਹੋਏ ਇੱਧਰ ਆਉਂਦੇ ਹੁੰਦੇ ਸਨ ਕੀਰਤਨ ਕਰਨ। ਭਾਈ ਮਰਦਾਨਿਆ ਇੱਕ ਦਿਨ ਇਹ ਉਸਤਤ ਤੂੰ ਐਸੇ ਕਰੇਗਾ, ਕੁੱਲ ਜਹਾਨ ਤੈਨੂੰ ਯਾਦ ਕਰੇਗਾ ਔਰ ਪੀੜ੍ਹੀਆਂ ਤੱਕ ਕਰੇਗਾ। ਸਤਿਗੁਰੂ ਜੀ ਨੇ ਅੱਗੇ ਨਾਲ ਕਿਰਪਾ ਕੀਤੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ। ਇਹ ਸਾਰੇ 68 ਤੀਰਥ ਸਾਰੇ ਪੁੰਨ ਕਿੱਥੇ ਨੇ? ਜੀ ਦਇਆ ਪ੍ਰਵਾਨ। ਤੇਰੇ ਅੰਦਰ ਜੀ ਦਇਆ ਆ ਜਾਵੇ, ਦਇਆ ਦਾ ਤੂੰ ਧਾਰਨੀ ਹੋ ਜਾਵੇ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ। ਔਰ ਇਹ ਨਾਮ ਸਿਮਰਨ, ਇਹ ਸਾਧੂ ਸੰਗਤ ਦੀ ਜਿਹੜੀ ਸੰਗਤ ਹੈ, ਇਸ਼ਨਾਨ ਹੈ, ਇਹ ਦਇਆ ਕਰਕੇ ਜਿਹਨੂੰ ਬਖਸ਼ੇ, ਮਿਲਦਾ ਉਹਨੂੰ, ਔਰ ਜਿਹਨੂੰ ਮਿਲ ਜਾਓ ਸਭ ਤੋਂ ਸਿਆਣਾ ਸੁਜਾਨ ਪੁਰਸ਼ ਹੈ। ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੀਰ ਤੇ ਕਹਿੰਦੇ ਨੇ, ਜਿਨ੍ਹਾਂ ਨੂੰ ਪ੍ਰਭੂ ਆਪਣਾ ਮਿਲ ਗਿਆ ਭਈ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਪ੍ਰਵਾਨ ਹੈ, ਔਰ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਇਸ ਮਾਘ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹ ਹੀ ਅਸਲ ਵਿੱਚ ਸੁੱਚਾ ਹੈ, ਜਿਨ੍ਹਾਂ ਤੇ ਪੂਰਾ ਗੁਰੂ ਕਿਰਪਾ ਕਰੇ, ਆਪਣੇ ਨਾਮ ਦੇ ਨਾਲ ਜੋੜ ਲਵੇ। ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।